सो कहो टल गुर सेविया, अहन सुसहज सुखाए। दर्शन परसे गुरु कै, जन्म मरण दुख जाय। दर्शन परसे गुरु कै, जन्म मरण दुख जाय। तन वाहिगुरु जी, भोग तुहार ना व्यापई। कंठ मिलया हर नाहु, मन विद्या चरनार बिंद। दर्शन लगड़ा साहो, ओट गोविंद गोपाल राय। सेवा स्वामी लाखो, बिख्या पोहे ना सकई। मिल साधु गुण गाहो, जह ते उपजी तह मिली। सच्ची प्रीत समाहो, कर गहलिनी पारु ब्रह्म। बाहुड़ ना बिछड़िया, बार जाऊं लाख बेरिया। हर सज्जन आगम आगाहो, शरम पई नारायण। नानक दर पैया, भूख सुहंदा सर्ब सुख। जिस बख्शे वे परवाह। भूख सुहंदा सर्ब सुख, जिस बख्शे वे परवाह। वाहिगुरु जी का खालसा, वाहिगुरु जी की फतेह। जुग हो जुग अटल, साहिब सतगुरु धन धन श्री गुरु ग्रंथ साहिब महाराज सच्चे पातशाह जी दी पावन पवित्र खजूरी अंदर जुड़ बैठी साध संगत जीओ। अज असी पौष दा महीना जो प्रारंभ होया, सतगुरां दे इस पवित्र बचन जिसदा आप जी ने पाठ श्रवण कीता है, इस दी विचार श्रवण करन वास्ते जुड़ बैठे हाँ। अते नाल ही नाल आ गुरु के स्वारू जिहड़ा ये महीना प्रारंभ हो रहा है, इस महीने अंदर
ਸਿੱਖੀ ਅੰਦਰ ਸ਼ਹੀਦਾਂ ਦੀ ਬਹੁਤ ਵੱਡੀ ਕਤਾਰ ਖੜੀ ਹੋਈ ਔਰ ਸਰਬੰਸਦਾਨੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਕੇ ਸਵਾਰੋ ਮਾਨੋ ਆਪਣੇ ਕੋਲ ਸਿੱਖ ਪੰਥ ਵਾਸਤੇ ਕੋਲ ਬਚਾ ਕੇ ਕੁਝ ਵੀ ਨਾ ਰੱਖਿਆ ਤੇ ਇਹ ਵਚਨ ਕਹੇ, ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ। ਐਸੀ ਗੁਰੂ ਕੇ ਸਵਾਰੋ ਲਾਸਾਨੀ ਸ਼ਹਾਦਤਾਂ ਹੋਈਆਂ। ਪੰਥ ਦੀ ਚੜ੍ਹਦੀ ਕਲਾ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦੇ ਇਸ ਪਰਿਵਾਰ ਨੇ ਬਹੁਤ ਮਹਾਨ ਕੁਰਬਾਨੀਆਂ ਸ਼ਹਾਦਤਾਂ ਦਿੱਤੀਆਂ। ਉਸ ਦਾ ਜ਼ਿਕਰ ਵੀ ਸਾਧ ਸੰਗਤ ਨਾਲ ਕਰਨ ਦਾ ਯਤਨ ਕਰਾਂਗਾ। ਆਪ ਜੀ ਆਸੀਸ ਬਖਸ਼ਿਸ਼ ਕਰੋ, ਕੋਈ ਰਸਨਾ ਵਾਂਝੀ ਨਾ ਰਹੇ। ਸਾਰਿਆਂ ਨੇ ਪਿਆਰ ਸਹਿਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਜੁੜੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਜੁੜੋ। ਗੁਰੂ ਕੇ ਸਵਾਰਿਓ ਸਾਰੇ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਬਖਸ਼ਿਸ਼ ਰਹਿਮਤ ਕਿਰਪਾਲਤਾ ਕਰੋ ਤੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਧ ਸੰਗਤ ਜੀਓ, ਅੱਜ ਦੇ ਇਸ ਪਵਿੱਤਰ ਬਚਨ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਸਾਹਿਬ ਜੀ ਨੇ ਬਚਨ ਆਰੰਭ ਕੀਤਾ। ਇਹ ਪਦ 12 ਮਾਹ ਦੀ ਪਵਿੱਤਰ ਬਾਣੀ ਦੀ ਰਚਨਾ ਵਿੱਚੋਂ ਹੈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਵਿੱਚੋਂ ਨਿਕਲੇ ਹੋਏ ਇਹ ਪਵਿੱਤਰ ਬਚਨ ਹਨ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕਿਹਾ, ਪੋਖ ਤੁਖਾਰ ਨਾ ਵਿਆਪੈ। ਇਸ ਦਾ ਅਰਥ ਹੈ, ਪੋਖ ਦਾ ਮਤਲਬ ਹੈ ਪੋਹ ਦਾ ਮਹੀਨਾ। ਆਮ ਭਾਸ਼ਾ ਵਿੱਚ ਅਸੀਂ ਪੋਹ ਸ਼ਬਦ ਵਰਤਦੇ, ਪਰ ਸਾਹਿਬ ਜੀ ਨੇ ਇਸ 12 ਮਾਹ ਪਵਿੱਤਰ ਬਾਣੀ ਵਿੱਚ ਇਸ ਸ਼ਬਦ ਨੂੰ ਪੱਪੇ ਨੂੰ ਹੋੜਾ ਲਾ ਕੇ ਤੇ ਖੱਖਾ ਸ਼ਬਦ ਗੁਰੂ ਕੇ ਸਵਾਰਿਓ ਵਰਤਿਆ। ਸਿਆਰੀ ਵੀ ਇਸ ਖੱਖੇ ਸ਼ਬਦ ਨੂੰ ਵਰਤੀ। ਇਸ ਤਰ੍ਹਾਂ ਇਹ ਪਵਿੱਤਰ ਬਚਨ ਪੋਖ, ਅਰਥ ਇਹਦਾ ਇਹ ਹੈ ਪੋਹ ਦਾ ਮਹੀਨਾ। ਤੁਖਾਰ ਦਾ ਮਤਲਬ ਹੈ ਕੱਕਰ। ਅੱਤ ਦੀ ਠੰਡ, ਜਦੋਂ ਕੱਕਰ ਜੰਮਦਾ ਹੈ, ਅਸੀਂ ਆਮ ਕਹਿੰਦੇ ਆ ਕਿੰਨੀ ਕੁ ਠੰਡ ਪੈ ਰਹੀ ਏ, ਤੇ ਗੁਰੂ ਕੇ ਸਵਾਰੋ ਜਵਾਬ ਦੇਣ ਵਾਲਾ ਕਹਿੰਦਾ ਬਾਹਰ ਤੇ ਕੱਕਰ ਜੰਮਿਆ ਹੋਇਆ। ਕਹਿਣ ਤੋਂ ਭਾਵ ਬਹੁਤ ਜ਼ਿਆਦੀ ਠੰਡ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤੁਖਾਰ, ਤੁਖਾਰ ਦਾ ਮਤਲਬ ਹੈ ਕੱਕਰ। ਨਾ ਵਿਆਪੈ ਦਾ ਮਤਲਬ ਹੈ ਨਹੀਂ ਵਿਆਪਦਾ, ਨਹੀਂ ਪਹੁੰਚਦਾ। ਕੰਠ ਮਿਲਿਆ, ਕੰਠ ਦਾ ਮਤਲਬ ਹੈ ਗਲਾ, ਮਿਲਿਆ ਦਾ ਮਤਲਬ ਹੈ ਮਿਲਿਆ ਹੋਇਆ। ਹਰ ਦਾ ਮਤਲਬ ਹੈ ਪਰਿਪੂਰਨ ਪਰਮੇਸ਼ਵਰ ਵਾਹਿਗੁਰੂ। ਨਾਹੁ ਦਾ ਮਤਲਬ ਹੈ ਪਤੀ। ਸਤਿਗੁਰੂ ਜੀ ਨੇ ਬਚਨ ਕਿਹਾ, ਕਹਿ ਲੱਗੇ ਪੋਖ ਦੇ ਮਹੀਨੇ ਦਾ ਉਹ ਕੱਕਰ, ਪੋਖ ਦੇ ਮਹੀਨੇ ਰਾਹੀਂ ਉਪਦੇਸ਼ ਦਿੱਤਾ। ਕਹਿ ਲੱਗੇ ਕੱਕਰ ਉਸ ਜੀਵ ਇਸਤਰੀ ਨੂੰ ਨਹੀਂ ਵਿਆਪਦਾ ਜਿਹੜੀ ਜੀਵ ਇਸਤਰੀ ਦੇ ਗਲੇ ਦੇ ਨਾਲ ਪਤੀ ਪਰਮੇਸ਼ਵਰ ਵਾਹਿਗੁਰੂ ਜੀ ਮਿਲਿਆ ਹੋਇਆ।
ਜਿਹਨੂੰ ਪਰਮੇਸ਼ਵਰ ਵਾਹਿਗੁਰੂ ਜੀ ਦਾ ਸੰਗ ਪ੍ਰਾਪਤ ਹੈ, ਸਾਹਿਬ ਕਹਿਣਗੇ ਉਸ ਨੂੰ ਭੋਖ ਕਦੀ ਨਹੀਂ ਵਿਆਪਦਾ, ਉਹਨੂੰ ਵਾਹਿਗੁਰੂ ਤੁਖਾਰ ਕਦੀ ਨਹੀਂ ਵਿਆਪਦਾ। ਉਸ ਹਮੇਸ਼ਾ ਕੀ ਜੀਵ ਇਸਤਰੀ ਅੰਦਰ ਸ਼ੁਭ ਗੁਣਾਂ ਦਾ ਨਿੱਘ ਹਮੇਸ਼ਾ ਮਹਿਫੂਜ਼ ਰਹਿੰਦਾ ਹੈ। ਸਾਹਿਬ ਕਹਿਣਗੇ ਭੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੋ, ਮਨ ਵੇਦਿਆ। ਅਗਲੀ ਪੰਕਤੀ ਵਿੱਚ ਸਾਹਿਬ ਕਿਰਪਾ ਕਰਦੇ, ਮਨ ਵਿੱਚ ਗਿਆ ਚਰਨਾਰ ਬਿੰਦ, ਕਹਿਣ ਤੋਂ ਭਾਵ ਹੈ ਚਰਨ ਕਮਲਾਂ ਵਿੱਚ, ਤਾਂ ਨਾ ਵਿਆਪਿਆ ਤੁਖਾਰ, ਕਿਉਂਕਿ ਮਨ ਜਿਹੜਾ ਸੀ ਪ੍ਰਭੂ ਦੇ ਚਰਨਾਰ ਬਿੰਦ ਵਿੱਚ, ਚਰਨ ਕਮਲਾਂ ਵਿੱਚ ਵਿਝ ਗਿਆ, ਲੱਗ ਗਿਆ, ਲੀਨ ਹੋ ਗਿਆ। ਤੇ ਇੱਕ ਗੱਲ ਚੇਤੇ ਰੱਖਣਾ ਸਾਧ ਸੰਗਤ, ਸਰੀਰ ਦਾ ਹਜ਼ੂਰੀ ਵਿੱਚ ਬੈਠਣਾ ਵੀ ਵੱਡੇ ਭਾਗਾਂ ਦੀ ਨਿਸ਼ਾਨੀ, ਪਰ ਇੱਕ ਗੱਲ ਚੇਤੇ ਰੱਖਿਓ, ਜੇ ਮਨ ਹਜ਼ੂਰੀ ਵਿੱਚ ਬਹਿ ਜਾਏ ਏਦੂ ਵੱਡੀ ਕੋਈ ਹੋਰ ਗੱਲ ਹੀ ਕੋਈ ਨਹੀਂ। ਸਰੀਰ ਦੇ ਹਜ਼ੂਰੀ ਵਿੱਚ, ਗੁਰੂ ਹਜ਼ੂਰੀ ਵਿੱਚ ਬੈਠਣ ਤੋਂ ਦੇ ਬਾਵਜੂਦ ਕਈ ਵਾਰੀ ਸਾਧ ਸੰਗਤ ਮਨ ਜਿਹੜਾ ਹੈ ਉਹ ਹਜ਼ੂਰੀ ਵਿੱਚ ਨਹੀਂ ਹੁੰਦਾ। ਸਰੀਰ ਤਾਂ ਹਜ਼ੂਰੀ ਵਿੱਚ ਹੈ, ਮਨ ਸਾਹਿਬ ਕਹਿ ਲਗੇ ਉਡਾਰੀਆਂ ਮਾਰ ਕੇ ਬੜੀ ਦੂਰ ਚਲੇ ਜਾਂਦਾ ਹੈ। ਤਾਂ ਹੀ ਤੇ ਸਤਿਗੁਰਾਂ ਨੇ ਅੰਮ੍ਰਿਤਮਈ ਬਾਣੀ ਵਿੱਚ ਮਨ ਦੀ ਗੱਲ ਕਰਦਿਆਂ ਇਹ ਬਚਨ ਕਹੇ। ਸਾਹਿਬ ਕਹਿ ਲਗੇ ਜੇ ਮਨ ਪੰਖੀ ਦੀ ਤਰ੍ਹਾਂ ਇੱਕ ਪੇੜ ਇੱਕ ਸ਼ਾਖਾ ਤੋਂ ਉੱਡਿਆ ਦੂਸਰੀ ਸ਼ਾਖਾ ਤੇ ਬੈਠ ਗਿਆ, ਦੂਸਰੀ ਤੋਂ ਉੱਡਿਆ ਤੇ ਤੀਸਰੇ ਪੇਡੇ ਪੌਦੇ ਤੇ ਬੈਠ ਗਿਆ, ਜਿਉ ਜੀ ਕਹਿੰਦੇ ਪੌਦੇ ਤੇ ਬੈਠਿਆ ਉਹ ਜਿਹਾ ਇਹਨੂੰ ਫਲ ਪ੍ਰਾਪਤ ਹੋ ਗਿਆ। ਤੇ ਮੇਰੇ ਸਾਹਿਬ ਕਹਿ ਲੱਗੇ ਚੰਗਾ ਕਿਉਂ ਨਾ ਹੁੰਦਾ ਜੇ ਤੇਰਾ ਮਨ ਪ੍ਰਭੂ ਦੇ ਚਰਨਾਂ ਦੇ ਅੰਦਰ ਲੀਨ ਹੋ ਜਾਂਦਾ, ਤੇ ਜਿਹੜਾ ਰਸ ਉੱਥੋਂ ਮਿਲਣਾ ਸੀ ਇਹੋ ਜਿਹਾ ਰਸ ਅੱਜ ਤੱਕ ਕਿਤੇ ਬਾਹਰ ਮੌਜੂਦ ਨਹੀਂ। ਸਾਹਿਬ ਨੇ ਬਚਨ ਕੀਤੇ, ਕਹਿ ਲੱਗੇ ਮਨ ਵੇਦਿਆ ਚਰਨਾਰ ਬਿੰਦ, ਮਨ ਪ੍ਰਭੂ ਦੇ ਚਰਨਾਂ ਕਮਲਾਂ ਦੇ ਅੰਦਰ ਵਿਝ ਗਿਆ, ਲੀਨ ਹੋ ਗਿਆ। ਦਰਸ਼ਨ ਲਗੜਾ ਸਾਹੋ, ਹਰ ਇੱਕ ਸਵਾਸ ਕਹਿ ਲੱਗੇ ਉਹਦੇ ਅੰਦਰ ਪ੍ਰਭੂ ਦੇ ਦਰਸ਼ਨਾਂ ਦੀ ਤਾਂਘ ਉੱਠਣ ਲੱਗੀ। ਹਰ ਇੱਕ ਸਵਾਸ ਕੇਵਲ ਪ੍ਰਭੂ ਦੇ ਦਰਸ਼ਨ ਮੰਗਦਾ ਹੈ, ਤੇ ਇਹੀ ਕਹਿੰਦਾ ਐ ਪ੍ਰਭੂ ਕਿਰਪਾ ਕਰ, ਤੇਰੇ ਦੀਦਾਰ ਮੈਨੂੰ ਹੋ ਜਾਣ, ਮੈਂ ਤੇਰੇ ਦੀਦਾਰ ਤੋਂ ਬਿਨਾਂ ਕਦੀ ਮੇਰਾ ਅੰਦਰਲਾ ਟਿਕਾ ਵਿੱਚ ਨਹੀਂ ਆ ਸਕਦਾ। ਅਸੀਂ ਸਾਹਿਬ ਦਾ ਬਚਨ ਪੜ੍ਹਦੇ ਹਾਂ, ਦੇਖੋ ਐਸੀ ਵੇਦਨਾ ਵਾਲੀ, ਐਸੀ ਤਾਂਘ ਵਾਲੀ ਜੀਵ ਇਸਤਰੀ ਦੀ ਤਰਜਮਾਨੀ ਕਰਦੇ ਸਾਹਿਬ ਜੀ ਨੇ ਬਚਨ ਲਿਖੇ ਨੇ। ਉਹ ਫਿਰ ਜੀਵ ਇਸਤਰੀ ਇਹ ਗੱਲ ਕਹਿੰਦੀ ਹੈ, ਸੁਣ ਨਾਹਾ ਪ੍ਰਭੂ ਜੀਓ ਏਕਲੜੀ ਬਨ ਮਾਹੇ। ਐ ਵਾਹਿਗੁਰੂ ਜੀ ਮੈਂ ਕੱਲੀ ਬਨ ਦੇ ਵਿੱਚ ਹਾਂ, ਕਿਉਂ ਧੀਰੇਗੀ ਨਾਹਾ ਬਿਨਾ, ਮੇਰੇ ਅੰਦਰ ਧੀਰਜ ਕਿਵੇਂ ਆਏ। ਐ ਵਾਹਿਗੁਰੂ ਤੇਰੇ ਤੋਂ ਬਿਨਾ ਮੇਰੇ ਅੰਦਰ ਧੀਰਜ ਤੇ ਟਿਕਾ ਕਿਵੇਂ ਬਣੇ। ਕਿਉਂ ਧੀਰੇਗੀ ਨਾਹਾ ਬਿਨਾ, ਪ੍ਰਭ ਬੇਪਰਵਾਹ ਹੈ। ਪਰ ਕਹਿੰਦੇ ਮੇਰਾ ਪ੍ਰਭੂ ਤੇ ਬੇਪਰਵਾਹ ਹੈ, ਮੇਰੀ ਜੀਵ ਇਸਤਰੀ ਦਾ ਮਨ ਕਹਿੰਦੇ ਉਹਦੇ ਤੋਂ ਬਿਨਾ ਟਿਕਦਾ ਨਹੀਂ। ਸਾਧ ਸੰਗਤ ਐਸੀ ਤਾਂਘ ਉਸ ਅੰਦਰ ਜਨਮ ਲੈਂਦੀ, ਦਰਸ਼ਨ ਲਗੜਾ ਸਾਹੋ, ਹਰ ਵੇਲੇ ਦਰਸ਼ਨਾਂ ਦੀ ਤਾਂਘ, ਪਿਆਰੇ ਦਾ ਦੀਦਾਰ ਹੋ ਜਾਏ। ਫਿਰ ਕਹਿੰਦੇ ਨੇ ਓਟ ਗੋਬਿੰਦ ਗੋਪਾਲ ਰਾਏ, ਉਹਨੂੰ ਪਰਮੇਸ਼ਵਰ ਵਾਹਿਗੁਰੂ ਦੇ ਚਰਨਾਂ ਦੀ ਓਟ ਹੈ। ਕਿਸ ਵਾਹਿਗੁਰੂ ਦੀ? ਜਿਹੜਾ ਵਾਹਿਗੁਰੂ ਕਹਿੰਦੇ ਸਾਰੀ ਧਰਤੀ ਨੂੰ ਪਾਲਣ ਵਾਲਾ ਹੈ, ਜਿਹੜਾ ਸਾਰੀ ਧਰਤੀ ਦੀ ਪਰਵਰਿਸ਼ ਕਰਦਾ ਹੈ, ਜਿਹੜਾ ਸਾਰੇ ਜੀਵਾਂ ਦੇ ਸਿਰ ਤੇ ਆਪਣੀ ਮਿਹਰ ਦਾ ਹੱਥ ਰੱਖਦਾ ਹੈ। ਕਹਿ ਲੱਗੇ ਉਹ ਪਰਮੇਸ਼ਵਰ। ਓਟ ਗੋਬਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ,
ਉਹ ਜੀਵ ਇਸਤਰੀ ਆਪਣੇ ਸੁਆਮੀ ਦੀ ਸੇਵਾ ਦਾ ਹਮੇਸ਼ਾ ਲਾਭ ਲੈਂਦੀ। ਜਗਿਆਸੂ ਦੀ ਗੱਲ ਕੀਤੀ, ਕਹਿ ਲਗੇ ਜਿਹਨੂੰ ਦਰਸ਼ਨਾਂ ਦੀ ਤਾਂਘ ਏ, ਉਹ ਇੱਕ ਤੇ ਕੇਵਲ ਉਸ ਤਾਂਘ ਵਿੱਚ ਰਹਿੰਦਿਆਂ ਸਿਮਰਨ ਕਰਦਾ, ਤੇ ਦੂਜਾ ਉਸ ਪ੍ਰਭੂ ਨੂੰ ਰਜਾਣ ਵਾਸਤੇ ਗੁਰੂ ਕੇ ਸਵਾਰਿਓ ਆਪਣੇ ਸੁਆਮੀ ਦੀ ਸੇਵਾ ਕਰਦਾ। ਚੇਤੇ ਰੱਖਣਾ, ਸੇਵਾ ਤੇ ਸਿਮਰਨ ਬੰਦੇ ਨੂੰ ਉਸ ਪ੍ਰਭੂ ਦੇ ਦਰ ਦੇ ਉੱਤੇ ਪਹੁੰਚਾਉਂਦੇ। ਤਾਂ ਹੀ ਤੇ ਸਿਆਣੇ ਪੁਰਸ਼ਾਂ ਨੇ ਇਹ ਗੱਲ ਕਹੀ, ਜਿਵੇਂ ਇੱਕ ਪੰਖੀ ਇੱਕ ਟਿਕਾਣੇ ਤੋਂ ਦੂਸਰੀ ਟਿਕਾਣੇ ਤੇ ਗੁਰੂ ਕੇ ਸਵਾਰਿਓ ਖੰਭਾਂ ਦੇ ਸਹਾਰੇ ਤੇ ਜਾਂਦਾ ਹੈ, ਤੇ ਸਾਹਿਬ ਕਹਿ ਲਗੇ ਇਸੇ ਤਰ੍ਹਾਂ ਆਜੀਵ ਰੂਪੀ ਜਿਹੜਾ ਪੰਛੀ ਹੈ, ਇਹਨੇ ਵੀ ਸੇਵਾ ਸਿਮਰਨ ਦੇ ਪੰਖਾਂ ਦੇ ਸਹਾਰੇ ਤੇ ਰੱਬ ਦੇ ਘਰ ਪਹੁੰਚਣਾ। ਹੋਰ ਕੋਈ ਰਸਤਾ ਨਹੀਂ। ਰੱਬ ਦੇ ਚਰਨਾਂ ਦੇ ਨਾਲ ਬਣਾਉਣ ਲਈ ਕੇਵਲ ਸੇਵਾ ਤੇ ਸਿਮਰਨ ਦੇ ਦੋ ਖੰਭ ਗੁਰੂ ਕੇ ਸਵਾਰ ਉਹ ਹੀ ਬੰਦੇ ਨੂੰ ਹਮੇਸ਼ਾ ਉਸ ਮਾਲਕ ਦੇ ਦਰ ਤੇ ਪਹੁੰਚਾਉਂਦੇ। ਅੱਗੇ ਸਾਹਿਬ ਨੇ ਬਚਨ ਕਿਹਾ, ਕਹਿ ਲਗੇ ਹਰ ਵੇਲੇ ਸੁਆਮੀ ਦੀ ਸੇਵਾ ਕਰਨੀ, ਇਹ ਇੱਛਾ ਮਨ ਵਿੱਚ ਉਸ ਜਿਗਿਆਸੂ ਦੇ ਬਣੀ ਰਹਿੰਦੀ। ਫਿਰ ਕਹਿੰਦੇ ਵਿਖਿਆ ਪੋਹੇ ਨਾ ਸਕਈ। ਐਸਾ ਜਿਗਿਆਸੂ ਜਿਹੜਾ ਰੱਬੀ ਪੁਰਸ਼ਾਰਥ ਵਿੱਚ ਲੱਗਾ, ਉਹਨੂੰ ਵਿਖਿਆ ਨਹੀਂ ਪੋ ਸਕਦੀ। ਵਿਖਿਆ ਦਾ ਮਤਲਬ ਹੈ ਮਾਇਆ। ਵਿਖਿਆ ਦਾ ਮਤਲਬ ਵੈਸੇ ਜ਼ਹਿਰ, ਜ਼ਹਿਰ ਤੋਂ ਮਤਲਬ ਮਾਇਆ। ਇਹਦਾ ਅਰਥ ਇਉਂ ਨਾ ਸਮਝਣਾ, ਕਿਉਂਕਿ ਗੁਰੂ ਕੇ ਸਵਾਰਿਓ ਜ਼ਹਿਰ ਕਾਰਗਰ ਵੀ ਸਾਬਤ ਹੁੰਦਾ ਹੈ। ਜਿੰਨੀ ਮੈਡੀਸਨ ਨੇ ਕਿਸੇ ਨੇ ਕਿਸੇ ਰੂਪ ਵਿੱਚ ਗੁਰੂ ਕੇ ਸਵਾਰਿਓ ਉਹਨਾਂ ਵਿੱਚ ਇਸ ਚੀਜ਼ ਦੀ ਵਰਤੋਂ ਹੁੰਦੀ ਹੈ, ਉਹਦੀ ਮਕਦਾਰ ਨੂੰ ਹਮੇਸ਼ਾ ਪੇਸ਼ੈਂਟ ਦੇ ਰੋਗ ਦੇ ਮੁਤਾਬਕ ਮੁਕਰਰ ਕੀਤਾ ਹੁੰਦਾ ਹੈ। ਇਸ ਕਰਕੇ ਉਹ ਰੋਗ ਨੂੰ ਹਟਾਉਣ ਦਾ ਸਾਧਨ ਵੀ ਬਣਦੀ ਹੈ, ਪਰ ਸਿੱਧਾ ਜ਼ਹਿਰ ਗੁਰੂ ਕੇ ਸਵਾਰਿਓ ਕਿਸੇ ਦੀ ਮੌਤ ਦਾ ਕਾਰਨ ਵੀ ਬਣਦਾ ਹੈ। ਸਤਿਗੁਰਾਂ ਨੇ ਸ਼ਬਦ ਬੜੇ ਕਮਾਲ ਦਾ ਵਰਤਿਆ, ਵਿਖਿਆ। ਕਹਿਣ ਲੱਗੇ ਮਾਇਆ ਜ਼ਹਿਰ ਹੈ, ਪਰ ਚੇਤੇ ਰੱਖੀ ਜਿਵੇਂ ਬਾਹਰ ਦਾ ਜ਼ਹਿਰ ਕਿਧਰੇ ਦਵਾਈਆਂ ਦੇ ਰੂਪ ਵਿੱਚ ਵਰਤ ਕੇ ਦੇ ਅਰੋਗਤਾ ਜੇ ਮਿਲਦੀ ਹੈ, ਤੇ ਮਾਇਆ ਵੀ ਜੇ ਲੋੜ ਮੁਤਾਬਕ ਮਿਲਦੀ ਜਾਏ, ਧਰਮ ਅਰਥ ਖਰਚ ਹੁੰਦੀ ਜਾਏ, ਤੇ ਸਾਹਿਬ ਕਹਿ ਲਗੇ ਇਹ ਜ਼ਹਿਰ ਵੀ ਫਿਰ ਕਾਰਗਰ ਸਾਬਤ ਹੋ ਸਕਦਾ ਹੈ। ਪਰ ਜੇ ਇਸ ਪਾਸੇ ਨਾ ਜਾਏ, ਫਿਰ ਜ਼ਹਿਰ ਜਿਹੜਾ ਹੈ ਇਹ ਮਾਇਆ ਦਾ ਜ਼ਹਿਰ ਬੰਦੇ ਦੇ ਜੀਵਨ ਨੂੰ ਖਤਮ ਵੀ ਕਰ ਦਿੰਦਾ। ਇਸੇ ਕਰਕੇ ਸਾਹਿਬ ਬਚਨ ਕਰਦੇ ਨੇ, ਕਹਿ ਲਗੇ ਪਰ ਪ੍ਰਭੂ ਦੇ ਪਿਆਰੇ ਜਿਹੜੇ ਉਸ ਦੀ ਤਾਂਘ ਵਿੱਚ ਨੇ, ਉਹਨਾਂ ਨੂੰ ਵਿਖਿਆ ਪੋਹੇ ਨਾ ਸਕਈ। ਉਹਨੂੰ ਮਾਇਆ ਦਾ ਜ਼ਹਿਰ ਕਦੀ ਪੋਹ ਨਹੀਂ ਸਕਦਾ, ਕਦੀ ਨੇੜੇ ਨਹੀਂ ਲੱਗਦਾ ਮਾਇਆ ਦਾ ਜ਼ਹਿਰ। ਹਾਂ, ਮਾਇਆ ਉਹਦੇ ਕੋਲ ਆਵੇ, ਉਹ ਧਰਮ ਨਹੀਂ ਲਾਂਦਾ ਹੈ। ਲੋੜ ਲਈ ਮਾਇਆ ਦਾ ਹੋਣਾ ਕੋਈ ਗੁਰੂ ਕੇ ਸਵਾਰਿਓ ਗੁਨਾਹ ਨਹੀਂ, ਕਿਉਂਕਿ ਸੰਸਾਰ ਦਾ ਹਰ ਕਾਰੋਬਾਰ, ਹਰ ਕੰਮ ਮਾਇਆ ਦੇ ਨਾਲ ਹੀ ਹੁੰਦਾ ਹੈ। ਪਰ ਚੇਤੇ ਰੱਖਿਓ, ਸਭ ਕੁਝ ਮਾਇਆ ਹੋ ਜਾਏ ਐਸਾ ਵੀ ਜੀਵਨ ਵਿੱਚ ਨਹੀਂ ਚਾਹੀਦਾ। ਸਤਿਗੁਰਾਂ ਨੇ ਬਚਨ ਕਿਹਾ, ਕਹਿ ਲਗੇ ਵਿਖਿਆ ਪੋਹੇ ਨਾ ਸਕਈ। ਉਹਨੂੰ ਵਿਖਿਆ ਮਾਇਆ ਪੋ ਨਹੀਂ ਸਕਦੀ। ਮਿਲ ਸਾਧੂ ਗੁਣ ਗਾਹੋ। ਕਹਿ ਲਗੇ ਉਸ ਗੁਰਮੁਖ ਨਦੀ ਸੰਗਤ ਵਿੱਚ ਬੈਠ ਕੇ, ਸਾਧੂ ਦੀ ਸੰਗਤ ਵਿੱਚ ਬੈਠ ਕੇ ਪ੍ਰਭੂ ਦੇ ਗੁਣ ਗਾਉਂਦਾ ਹੈ, ਹਰ ਵੇਲੇ ਉਹਦੇ ਗੀਤ ਗਾਉਂਦਾ ਹੈ। ਤੇ ਅਗਲਾ ਬਚਨ ਕਹਿੰਦੇ ਨੇ, ਫਿਰ ਇਸ ਤਰ੍ਹਾਂ ਕਰਦਿਆਂ ਗੁਣ ਗਾਉਂਦਿਆਂ, ਸਿਮਰਨ ਕਰਦਿਆਂ, ਕਮਾਈ ਕਰਦਿਆਂ, ਫਿਰ ਕਹਿੰਦੇ ਨੇ ਜਹ ਤੇ ਉਪਜੀ ਜੀਓ ਆਤਮਾ ਐਸਾ ਪ੍ਰਸ਼ਾਰਥ ਕਰ ਕਰਕੇ ਜਿੱਥੋਂ ਉਤਪਨ ਹੋਈ, ਜਿੱਥੋਂ ਪੈਦਾ ਹੋਈ, ਤੈ ਮਿਲੀ। ਕਹਿ ਲਗੇ ਉੱਥੇ ਜਾ ਕੇ ਮਿਲ ਗਏ, ਲੀਨ ਹੋ ਗਏ।
क्योंकि ਉਹਦਾ ਸਰੂਪ ਸ਼ੁੱਧ ਸਰੂਪ ਹੈ ਤੇ ਉਸ ਸ਼ੁੱਧ ਸਰੂਪ ਵਿੱਚ ਜਿੰਨਾ ਚਿਰ ਉਹਦੇ ਉੱਤੇ ਮੈਲ ਦਾ ਆਵਰਣ ਹੈ ਗੁਰੂ ਕੇ ਸਵਾਰ ਉਹਨਾਂ ਚਿਰ ਤੱਕ ਉਹਦੇ ਅੰਦਰ ਅਭੇਦ ਨਹੀਂ। ਉਹਦੇ ਅੰਦਰ ਅਭੇਦ ਤਾਂ ਹੀ ਹੋ ਸਕਦੀ ਹੈ ਜੇ ਉੱਪਰੋਂ ਉਹਦੇ ਮੈਲ ਦਾ ਆਵਰਣ ਖਤਮ ਹੋਵੇ, ਪਰਦਾ ਖਤਮ ਹੋਵੇ ਮੈਲ ਦਾ। ਆਪ ਵੈਸੇ ਸ਼ੁੱਧ ਸਰੂਪ ਹੈ। ਖੈਰ ਸਾਹਿਬ ਕਹਿੰਦੇ ਜੈ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹ। ਇਹ ਸਮਾਈ ਕਿਵੇਂ ਹੋਈ? ਕਹਿ ਲਗੇ ਸੱਚੀ ਪ੍ਰੀਤ ਨਾਲ। ਇੰਨੀ ਰੱਬ ਦੇ ਚਰਨਾਂ ਵਿੱਚ ਪ੍ਰੀਤ ਕੀਤੀ ਔਰ ਇੰਨੀ ਸੱਚੀ ਕੀਤੀ ਕਿ ਉਸ ਪ੍ਰੀਤ ਦੇ ਅੰਦਰ ਰੰਚਕ ਮਾਤਰ ਵੀ ਖੋਟ ਨਹੀਂ। ਉਸ ਪ੍ਰੀਤ ਦੇ ਅੰਦਰ ਰੰਚਕ ਮਾਤਰ ਵੀ ਢਿੱਲ ਨਹੀਂ। ਚੇਤੇ ਰੱਖਿਓ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਵਰਤੇ। ਸਤਿਗੁਰੂ ਜੀ ਨੇ ਉੱਥੇ ਰੱਬ ਨਾਲ ਪ੍ਰੀਤ ਕਰਨ ਦੀ ਜੁਗਤ ਦੱਸੀ। ਬੜਾ ਪਿਆਰ ਦਾ ਬਚਨ ਹੈ, ਸ਼ਬਦ ਤੇ ਬੜਾ ਲੰਮੇਰਾ ਹੈ, ਪਰ ਮੈਂ ਕੁਝ ਆਪ ਜੀ ਦੇ ਸਮਕਸ਼ ਬੇਨਤੀ ਕਰ ਦਿਆਂਗਾ। ਉੱਥੇ ਸਾਹਿਬ ਜੀ ਕਹਿੰਦੇ ਰੱਬ ਨਾਲ ਪ੍ਰੀਤ ਕਰਨੀ ਚਾਹੁੰਦਾ ਤੇ ਕਿਵੇਂ ਕਰ, ਕਿਵੇਂ ਕਰ ਪ੍ਰੀਤ। ਉੱਥੇ ਬਚਨ ਵਰਤਦੇ ਨੇ, ਕਹਿ ਲਗੇ ਰੇ ਮਨ ਐਸੀ ਖਾਰਸਿਓ ਪ੍ਰੀਤ ਕਰ ਜੈਸੀ ਮਛਲੀ ਨੀਰ। ਜਿਵੇਂ ਕਹਿ ਲਗੇ ਮੱਛੀ ਪਾਣੀ ਨਾਲ ਕਰਦੀ ਹੈ ਪ੍ਰੀਤ, ਬੜੀ ਪ੍ਰੀਤ ਉਹਦੀ ਡੂੰਗੀ ਔਰ ਗੂੜੀ ਪ੍ਰੀਤ। ਰੇ ਮਨ ਐਸੀ ਖਾਰਸਿਓ ਪ੍ਰੀਤ ਕਰ ਜੈਸੀ ਮਛਲੀ ਨੀਰ। ਜਿਉ ਅਧ ਕੋ ਤਿਉ ਸੁਖ ਘਣੋ ਮਨ ਤਨ ਸਾਤ ਸਰੀਰ। ਇੱਕ ਪਲ ਵੀ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ ਤੇ ਤੂੰ ਪ੍ਰੀਤ ਇਸ ਤਰ੍ਹਾਂ ਕਰ ਵੀ ਤੇਰਾ ਇੱਕ ਪਲ ਵੀ ਵਾਹਿਗੁਰੂ ਤੋਂ ਬਿਨਾਂ ਤੂੰ ਰਹਿ ਨਾ ਸਕੇ। ਇਹ ਪ੍ਰੀਤ ਦੀ ਜੁਗਤ ਹੈ, ਇਹ ਢੰਗ ਹੈ ਪ੍ਰੀਤ ਦਾ। ਫਿਰ ਹੋਰ ਬਚਨ ਕਿਹਾ ਕਿ ਲਗੇ ਰੇ ਮਨ ਐਸੀ ਖਾਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ। ਬੜਾ ਸੁੰਦਰ ਦ੍ਰਿਸ਼ਟਾਂਤ ਹੈ। ਕਹਿ ਲਗੇ ਜਿਵੇਂ ਜਲ ਦੀ ਪਾਣੀ ਦੀ ਦੁੱਧ ਨਾਲ ਪ੍ਰੀਤ ਹੈ। ਦੇਖੋ ਕਿੰਨਾ ਉਹਨਾਂ ਵਿੱਚ ਆਪਸੀ ਅਟੈਚਮੈਂਟ ਹੈ, ਕਿੰਨੀ ਨੇੜਤਾ ਹੈ। ਕਹਿ ਲਗੇ ਪਾਣੀ ਦੁੱਧ ਵਿੱਚ ਪਵੇ, ਦੁੱਧ ਪਾਣੀ ਨੂੰ ਆਪਣਾ ਰੂਪ ਦੇ ਦਿੰਦਾ। ਪਾਣੀ ਦੁੱਧ ਵਿੱਚ ਪਾਈਏ, ਦੁੱਧ ਪਾਣੀ ਨੂੰ ਆਪਣਾ ਰੂਪ ਦੇ ਦਿੰਦਾ। ਫਿਰ ਅਗਲੀ ਪ੍ਰੀਤ ਕਿਹੜੀ? ਕਹਿ ਲਗੇ ਦੁੱਧ ਨੂੰ ਰੱਖਿਆ ਗਿਆ ਅੱਗ ਤੇ ਜਦੋਂ ਦੁੱਧ ਨੂੰ ਅੱਗ ਤੇ ਗਰਮ ਰੱਖਿਆ ਗਿਆ ਥੱਲੇ ਅੱਗ ਬਾਲੀ ਗਈ। ਕਹਿ ਲਗੇ ਅੱਗ ਬਲੀ ਤੇ ਸਭ ਤੋਂ ਪਹਿਲਾਂ ਭਾਪ ਬਣ ਕੇ ਦੁੱਧ ਵਿੱਚੋਂ ਪਾਣੀ ਉੱਡਿਆ। ਜਿੰਨੀ ਭਾਪ ਅਸਮਾਨ ਨੂੰ ਉੱਡੀ, ਇਹ ਦੁੱਧ ਨਹੀਂ, ਇਹ ਪਾਣੀ ਜੋ ਉਹਦੇ ਵਿੱਚ ਪਾਇਆ ਸੀ ਉਹ ਉੱਡਿਆ। ਇਉਂ ਕਹਿ ਲਓ ਪਾਣੀ ਨੇ ਆਖਿਆ ਓਏ ਮਿੱਤਰਾ, ਤੂੰ ਮੈਨੂੰ ਆਪਣਾ ਰੰਗ ਦਿੱਤਾ ਹੈ, ਤੂੰ ਮੈਨੂੰ ਆਪਣਾ ਰੂਪ ਦਿੱਤਾ ਹੈ, ਤੈਨੂੰ ਸੇਕ ਮੇਰੇ ਹੁੰਦਿਆਂ ਨਹੀਂ ਲੱਗ ਸਕਦਾ। ਪਹਿਲਾਂ ਸੇਕ ਮੈਨੂੰ ਲੱਗੇਗਾ ਤੇ ਬਾਅਦ ਵਿੱਚ ਤੈਨੂੰ ਲੱਗੇਗਾ। ਦੁੱਧ ਲਈ ਸੜ ਗਿਆ, ਭਾਪ ਬਣ ਕੇ ਉੱਡਿਆ। ਫਿਰ ਕਹਿ ਲੱਗੇ ਚਲੋ ਜਦੋਂ ਭਾਪ ਬਣ ਕੇ ਉੱਡ ਗਿਆ, ਫਿਰ ਦੁੱਧ ਜਦੋਂ ਗਰਮ ਹੋਇਆ, ਹੁਣ ਦੁੱਧ ਉਬਲ ਕੇ ਜਦੋਂ ਪਤੀਲੇ ਵਿੱਚੋਂ ਬਾਹਰ ਜਾਣ ਲੱਗਾ, ਦੁੱਧ ਨੇ ਵੀ ਪਾਣੀ ਨਾਲ ਪ੍ਰੀਤ ਦੀ ਹੱਦ ਵਿਖਾ ਦਿੱਤੀ। ਆਖਿਆ ਜੇ ਤੂੰ ਮੇਰਾ ਆਪਣਾ ਆਪਾ ਮੇਰੇ ਲਈ ਸਾੜਿਆ, ਲੈ ਮੈਂ ਵੀ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ। ਜਿੱਥੇ ਤੂੰ ਗਿਆ ਮੈਂ ਵੀ ਤੇਰੇ ਪਿੱਛੇ ਆਉਣਾ। ਜਦੋਂ ਪਤੀਲੇ ਵਿੱਚੋਂ ਬਾਹਰ ਡੁੱਲਣ ਲੱਗਾ, ਪਾਣੀ ਦੇ ਪਿੱਛੇ ਮਾਨੋ ਜਾਣ ਲੱਗਾ, ਤੇ ਕਿਸੇ ਸਿਆਣੇ ਨੇ ਆਖਿਆ ਪਤੀਲਾ ਜਲਦੀ ਨਾਲ ਲੈ ਨਹੀਂ ਸਕਦਾ, ਗਰਮ ਹੈ।
ਉਹਨਾਂ ਚਿਰ ਦੁੱਧ ਬਾਹਰ ਡੁੱਲ ਜਾਏਗਾ। ਕਹਿ ਲਗੇ ਉਹਨੇ ਚੁਲੀ ਪਾਣੀ ਦੀ ਭਰੀ, ਉਬਲਦੇ ਦੁੱਧ ਦੇ ਉੱਤੇ ਛੱਟਾ ਮਾਰ ਦਿੱਤਾ, ਦੁੱਧ ਫਿਰ ਆ ਕੇ ਭਾਂਡੇ ਵਿੱਚ ਸਮਾ ਗਿਆ। ਇਹ ਪ੍ਰੀਤ ਹੈ। ਪਾਣੀ ਲਈ ਨਿਕਲਿਆ, ਪਾਣੀ ਦਾ ਮਲਾਪ ਹੋਇਆ, ਫਿਰ ਬੈਠ ਗਿਆ। ਤੇ ਸਤਿਗੁਰੂ ਕਹਿਣ ਲੱਗੇ ਚੇਤੇ ਰੱਖੀ ਰੱਬ ਲਈ ਇੰਨੀ ਪ੍ਰੀਤ ਕਰ ਵੀ ਤੇਰਾ ਵੀ ਰੱਬ ਤੋਂ ਬਿਨਾ ਸਰੇ ਨਾ, ਤੂੰ ਵੀ ਉਹਦੇ ਪਿੱਛੇ ਆਪਣੇ ਆਪ ਨੂੰ ਖੰਨੀਏ ਵੰਝਾਂ ਦੀ ਗੱਲ ਅਪਣਾ ਦੇ। ਤੇ ਚੇਤੇ ਰੱਖੀ ਜਦੋਂ ਤੂੰ ਉਹਦੇ ਲਈ ਮਰਨ ਲਈ ਤਿਆਰ ਹੋ ਗਿਆ, ਉਸੇ ਵੇਲੇ ਤੇਰੇ ਸਾਹਮਣੇ ਉਹ ਵੀ ਖੜਾ ਹੋ ਜਾਏਗਾ। ਸਾਹਿਬ ਨੇ ਬਚਨ ਕੀਤਾ, ਕਹਿ ਲਗੇ ਰੇ ਮਨ ਐਸੀ ਖਰ ਸਿਉ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ, ਆਵਟਣ ਆਪੈ ਖਵੈ, ਦੁੱਧ ਕੋ ਖਪਣ ਨਾ ਦੇ। ਪਹਿਲਾਂ ਪਾਣੀ ਛੱਡਦਾ, ਫਿਰ ਕਹਿੰਦੇ ਦੁੱਧ ਨੂੰ ਸੇਕ ਲੱਗਦਾ। ਕਹਿ ਲਗੇ ਇਸੇ ਤਰ੍ਹਾਂ ਪ੍ਰੀਤ ਕਰ। ਇਹ ਪ੍ਰੀਤ ਦੇ ਪ੍ਰਮਾਣ ਨੇ। ਇਉਂ ਰੱਬ ਨਾਲ ਪ੍ਰੀਤ ਹੋਵੇ। ਤੇ ਸਾਹਿਬ ਕਹਿ ਲਗੇ ਇਹੀ ਸੱਚੀ ਪ੍ਰੀਤ ਹੈ। ਤੇ ਜੇ ਉਹ ਜੀਵ ਇਸਤਰੀ ਅਈਓ ਜੀ ਸੱਚੀ ਪ੍ਰੀਤ ਕਰਦੀ ਕਰਦੀ, ਜੈ ਤੇ ਉਪਜੀ ਤੈ ਮਿਲੀ। ਉਹਦੀ ਜੀਉ ਆਤਮਾ ਜਿੱਥੋਂ ਉਤਪੰਨ ਹੋਈ ਸੀ, ਉਹਦੇ ਵਿੱਚ ਜਾ ਕੇ ਮਿਲ ਗਈ। ਸੱਚੀ ਪ੍ਰੀਤ ਸਮਾਹ, ਸੱਚੀ ਪ੍ਰੀਤ ਰਾਈ ਵਾਹਿਗੁਰੂ ਦੇ ਚਰਨਾਂ ਵਿੱਚ ਉਸ ਦੀ ਸਮਾਈ ਹੋ ਗਈ। ਤੇ ਸਾਹਿਬ ਕਹਿ ਲੱਗੇ ਅਗਲਾ ਬਚਨ ਕਹਿੰਦੇ ਨੇ, ਕਰ ਗਹਿ ਲੀਨੀ ਪਾਰ ਬ੍ਰਹਮ। ਇੱਥੇ ਕਰ ਦੇ ਅਰਥ ਨੇ ਹੱਥ। ਗਹਿ ਦਾ ਮਤਲਬ ਹੈ ਪਕੜਨਾ। ਕਹਿੰਦੇ ਪਰਮੇਸ਼ਵਰ ਨੇ ਉਸ ਜੀਵ ਇਸਤਰੀ ਨੂੰ ਜਿਹੜੀ ਸੇਵਾ ਸਿਮਰਨ ਕਰਦੀ ਸੀ, ਰੱਬ ਨਾਲ ਪਿਆਰ ਕਰਦੀ ਸੀ, ਰੱਬ ਦੇ ਚਰਨਾਂ ਵਿੱਚ ਨਿਸ਼ਾਵਰ ਸੀ, ਉਹਨੂੰ ਫਿਰ ਹੱਥ ਪਕੜ ਕੇ ਕੱਢ ਲਿਆ। ਹੱਥ ਪਕੜ ਕੇ ਉਹਨੂੰ ਆਪਣਾ ਬਣਾ ਲਿਆ। ਕਰ ਗੈ ਲੀਨੀ ਪਾਰ ਬ੍ਰਹਮ, ਆਪਣੇ ਨਾਲ ਬਣਾ ਲਿਆ। ਫਿਰ ਸਾਹਿਬ ਕਹਿਣ ਲੱਗੇ ਬਹੁੜ ਨਾ ਵਿਛੜਿਆ। ਸਾਹਿਬ ਕਹਿੰਦੇ ਰਿਸ਼ਤਾ ਇੰਨੇ ਕਮਾਲ ਦਾ ਰਿਸ਼ਤਾ ਔਰ ਇੰਨਾ ਪੁਖਤਾ ਰਿਸ਼ਤਾ ਹੈ ਵੀ ਜਿਹਨੂੰ ਰੱਬ ਇੱਕ ਵਾਰੀ ਆਪਣੇ ਨਾਲ ਮਿਲਾ ਲਵੇ, ਪਿਆਰਿਓ ਕਹਿੰਦੇ ਦੁਬਾਰਾ ਉਹਨੂੰ ਕਦੀ ਵਿਛੋੜਾ ਨਹੀਂ ਪੈ ਸਕਦਾ। ਪੁੱਤਰ ਨਾਲ ਬਾਪ ਮਿਲਿਆ, ਸਮਾਂ ਪਾ ਕੇ ਵਿਛੋੜਾ ਹੋਵੇਗਾ। ਭੈਣ ਨਾਲ ਭਾਈ ਮਿਲਿਆ, ਸਮਾਂ ਪਾ ਕੇ ਵਿਛੋੜਾ ਹੋਵੇਗਾ। ਦੁਨੀਆ ਵਿੱਚ ਰਹਿੰਦਿਆਂ ਹੋ ਜਾਂਦਾ, ਪਰ ਮੌਤ ਤੋਂ ਬਾਅਦ ਤੇ ਸਭ ਦਾ ਵਿਛੋੜਾ ਹੈ। ਉੱਥੇ ਪ੍ਰਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਕੌਣ ਨਾਲ ਜਾਏ, ਕੌਣ ਨਾਲ ਨਿਭੇ। ਤੇ ਫਿਰ ਸਾਹਿਬ ਕਹਿ ਲੱਗੇ ਉੱਥੇ ਫਿਰ ਇੱਕੋ ਹੀ ਰਿਸ਼ਤਾ ਜਿਹੜਾ ਹੈ, ਜੇ ਰੱਬ ਨਾਲ ਬਣਿਆ ਹੋਵੇਗਾ, ਉਹ ਰਿਸ਼ਤਾ ਕਾਇਮ ਰਹਿੰਦਾ। ਉਹ ਰਿਸ਼ਤਾ ਕਿਹੜਾ ਹੈ? ਪ੍ਰਭੂ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜਨਾ। ਉੱਥੇ ਫਿਰ ਵਿਛੋੜਾ ਨਹੀਂ। ਸਰੀਰ ਦਾ ਮਰਨਾ ਵੀ ਉੱਥੇ ਵਿਛੋੜਾ ਨਹੀਂ ਪਾ ਸਕਦਾ। ਸਰੀਰ ਦਾ ਅਰਥੀ ਚਿਖਾ ਵਿੱਚ ਸੜ ਜਾਣਾ ਵੀ ਰੱਬ ਨਾਲ ਵਿਛੋੜਾ ਨਹੀਂ ਪਾ ਸਕੇਗਾ। ਜਿਹਨੂੰ ਕਹਿੰਦੇ ਆ ਨਾ ਵੀ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੇ ਸਨ, ਉਹ ਸੱਜਣ ਇਹੋ ਜਿਹਾ ਉੱਚੇ ਖਲੋਤਾ ਹੁੰਦਾ, ਜਿਹਨੂੰ ਬਾਣੀ ਵਿੱਚ ਕਿਹਾ ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦੈ ਸਾਹੋ, ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੋ। ਉਹ ਫਿਰ ਉੱਥੇ ਜਾ ਕੇ ਖਲੋਂਦਾ। ਤਾਂ ਹੀ ਕਹਿੰਦੇ ਨੇ ਸਾਰੇ ਰਿਸ਼ਤੇ ਸਮੇਂ ਪਾ ਕੇ ਟੁੱਟਦੇ ਨੇ, ਪਰ ਰੱਬ ਦਾ ਰਿਸ਼ਤਾ ਸਦਾ ਹੀ ਕਾਇਮ ਰਹਿੰਦਾ ਹੈ। ਕਰ ਗੈ ਲੀਨੀ ਪਾਰ ਬ੍ਰਹਮ, ਬਹੁੜ ਨਾ ਵਿਛੜੀਆਂ। ਫਿਰ ਸਾਹਿਬ ਕਹਿੰਦੇ ਬਾਰ ਜਾਉ ਲੱਖ ਬੇਰੀਆ। ਹਜ਼ੂਰ ਕਹਿੰਦੇ ਮੈਂ ਉਸ ਆਪਣੇ ਵਾਹਿਗੁਰੂ ਤੋਂ ਹਰ ਸੱਜਣ ਆਗਮ ਆਗਾਹ,
ਜਿਹੜਾ ਮੇਰਾ ਵਾਹਿਗੁਰੂ ਸੱਜਣ ਹੈ, ਜਿਹੜਾ ਬੜਾ ਆਗਾਧ ਬੋਧ ਹੈ, ਜਿਹੜਾ ਬੜਾ ਅਗੰਮ ਹੈ, ਜਿਹਦੇ ਤੱਕ ਇੰਦਰੀਆਂ ਦੀ ਪਹੁੰਚ ਨਹੀਂ, ਜਿਹੜਾ ਬੜਾ ਡੂੰਘਾ ਹੈ, ਮੈਂ ਉਹਦੇ ਤੋਂ ਲੱਖਾਂ ਵਾਰੀ ਕੁਰਬਾਨ ਜਾਂਦਾ ਵੀ ਏਡਾ ਕਮਾਲ ਦਾ ਪ੍ਰਭੂ ਹੈ, ਇੰਨਾ ਵਿਸ਼ਾਲ ਪ੍ਰਭੂ ਹੈ, ਇੰਨਾ ਡੂੰਘਾ ਹੈ, ਇੰਨਾ ਆਗਾਧ ਬੋਧ ਹੈ, ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਉਹਦੀ ਮੌਜ ਹੈ, ਉਹਦੀ ਖੇਡ ਬੜੀ ਵਚਿੱਤਰ ਪਈ ਵਿਚਰਦੀ ਹੈ। ਸਾਹਿਬ ਕਹਿੰਦੇ ਬਾਹਰ ਜਾਉ ਲੱਖ ਬੈਰੀਆ, ਹਰ ਸੱਜਣ ਗਮ ਆਗਾਹੋ। ਫਿਰ ਕਹਿੰਦੇ ਸਰਮ ਪਈ ਨਾਰਾਇਣ, ਨਾਨਕ ਦਰ ਪਈਆ। ਕਹਿ ਲਗੇ ਜਿਹੜੀਆਂ ਜੀਵ ਇਸਤਰੀਆਂ ਮਾਲਕ ਦੇ ਦਰ ਵਿੱਚ ਪੈ ਗਈਆਂ, ਡਿੱਗ ਪਈਆਂ, ਝੁਕ ਗਈਆਂ, ਉਹਨਾਂ ਤੇ ਮੇਰੇ ਵਾਹਿਗੁਰੂ ਜੀ ਨੂੰ ਤਰਸ ਆ ਗਿਆ, ਉਹਨਾਂ ਤੇ ਮੇਰੇ ਵਾਹਿਗੁਰੂ ਜੀ ਨੇ ਕਿਰਪਾ ਕਰ ਦਿੱਤੀ। ਚੇਤੇ ਰੱਖਿਓ, ਰੱਬ ਨੂੰ ਤਰਸ ਬੜੀ ਜਲਦੀ ਆਉਂਦਾ ਹੈ, ਪਰ ਬੰਦੇ ਨੂੰ ਤਰਸ ਦਾ ਪਾਤਰ ਬਣਦਿਆਂ ਬਣਦਿਆਂ ਜਨਮ ਜਮਾਂਤਰ ਲੱਗ ਜਾਂਦਾ। ਤਰਸ ਤੇ ਬੜੀ ਛੇਤੀ ਕਰਦਾ ਹੈ, ਤੇ ਤਰਸ ਤੋਂ ਬਿਨਾਂ ਉਹਨੇ ਰਹਿਮ ਨਹੀਂ ਕਰਨੀ। ਰਹਿਮਤ ਤਰਸ ਨਾਲ ਜੁੜੀ ਹੋਈ ਹੈ। ਤੇਰੇ ਤੇ ਪਹਿਲਾਂ ਤਰਸ ਤੇ ਕਰੇ, ਤੇ ਤਰਸ ਤਾਂ ਕਰੇਗਾ ਪਹਿਲਾਂ ਤੂੰ ਉਹਦੇ ਦਰ ਤੇ ਡਿੱਗ। ਤੂੰ ਡਿੱਗਣ ਲਈ ਤਿਆਰ ਨਹੀਂ, ਉਹ ਤਰਸ ਕਿਵੇਂ ਕਰੇ। ਚੇਤੇ ਰੱਖਿਓ, ਜਿਹੜਾ ਬੰਦਾ ਨੇ ਕੁਝ ਪ੍ਰਾਪਤੀ ਕਰਨੀ ਹੋਵੇ, ਭਿਖਾਰੀ ਆਖੇ ਮੇਰੇ ਕੋਲ ਸਭ ਕੁਝ ਆ, ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ, ਮੈਨੂੰ ਕਿਸੇ ਦੀ ਕੀ ਕਣਕ ਭਲਾ ਉਹਦੀ ਝੋਲੀ 'ਚ ਕੋਈ ਪਾਊਗਾ। ਉਹਦੇ ਤੇ ਤਰਸ ਤੇ ਤਾਂ ਆਏਗਾ ਜੇ ਉਹ ਕਹੇਗਾ, ਉਹ ਭਲੇ ਲੋਕੋ ਮੈਨੂੰ 2-4 ਦਿਨ ਹੋ ਗਏ ਨੇ ਰੋਟੀ ਖਾਦਿਆਂ, ਮੈਨੂੰ ਇਸ ਅੱਤ ਦੀ ਠੰਡ ਵਿੱਚ ਮੇਰੇ ਕੋਲ ਲੈਣ ਵਾਸਤੇ ਕੱਪੜਾ ਨਹੀਂ ਹੈ। ਫਿਰ ਕਿਸੇ ਨੂੰ ਤਰਸ ਆ ਜਾਏਗਾ, ਉਹਦਾ ਤਨ ਢੱਕ ਦੇਗਾ। ਇਸ ਕਰਕੇ ਸਾਹਿਬ ਕਹਿ ਲਗੇ ਤੇਰੇ ਤੇ ਤਰਸ ਹੋਵੇਗਾ ਤਾਂ, ਪਰ ਜੇ ਪਹਿਲਾਂ ਤੂੰ ਤਰਸ ਦਾ ਪਾਤਰ ਬਣੇ। ਸਾਹਿਬ ਦਾ ਬਚਨ ਪੜ੍ਹਦੇ ਆ ਨਾ, ਉਹਨਾਂ ਨੇ ਤਰਸ ਦਾ ਪਾਤਰ ਬਣਨ ਦੀ ਜੁਗਤ ਵੀ ਦੱਸੀ। ਉਹ ਕਹਿੰਦੇ ਨੇ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਮੈਂ ਨਿਰਗੁਣ ਆਰਾ ਸਾਂ, ਕੋਈ ਗੁਣ ਨਹੀਂ ਸੀ ਮੇਰੇ ਵਿੱਚ, ਬਸ ਤਰਸ ਹੀ ਉੱਥੇ ਹੁੰਦਾ ਹੈ। ਜਿਹੜਾ ਮਨ ਕਹਿਦਾ ਮੇਰੇ ਵਿੱਚ ਕੋਈ ਗੁਣ ਨਹੀਂ, ਅੰਦਰੋਂ ਮੰਨ ਲੈ ਮੇਰੇ ਵਿੱਚ ਕੋਈ ਗੁਣ ਨਹੀਂ, ਮੇਰੇ ਵਿੱਚ ਕੋਈ ਅਕਲ ਨਹੀਂ, ਉੱਥੇ ਰੱਬ ਦੀ ਤਰਸ ਹੈ। ਇੱਕ ਮੈਂ ਬੇਨਤੀ ਕਰਾਂ, ਦੁਨੀਆ ਵਿੱਚ ਮੁੱਲ ਪੈਂਦਾ ਹੈ। ਉਹ ਕਹਿੰਦੇ ਨੇ ਮੇਰੇ ਕੋਲ ਆ ਕੁਝ, ਮੇਰੇ ਕੋਲ ਆ ਕੁਝ, ਮੇਰੇ ਕੋਲ ਆ ਕੁਝ, ਇਹ ਦੁਨੀਆ ਮੁੱਲ ਪਾਉਂਦੀ ਹੈ। ਤੇਰੇ ਕੋਲ ਕੀ, ਮੈਂ ਆ ਪੜਿਆ, ਮੈਂ ਆ ਪੜਿਆ, ਮੇਰੇ ਕੋਲ ਆ ਹੈ। ਪਰ ਰੱਬ ਨੂੰ ਪੁੱਛੀਏ, ਰੱਬ ਦੇ ਦਰ ਤੇ ਰੱਬ ਇੰਟਰਵਿਊ ਲੈ ਵੀ ਤੇਰੇ ਕੋਲ ਕੀ ਹੈ। ਤੇ ਜੇ ਬੰਦਾ ਕਹਿੰਦਾ ਮੇਰੇ ਕੋਲ ਵਿਦਿਆ, ਮੇਰੇ ਕੋਲ ਧਨ, ਮੇਰੇ ਕੋਲ ਗਿਆਨ, ਰੱਬ ਕਹਿੰਦਾ ਫੇਲ, ਇਹਨੂੰ ਫੇਲ ਕੱਢੋ। ਰੱਬ ਇੰਟਰਵਿਊ ਲੈ ਤੇ ਉੱਥੇ ਯੋਗਤਾ ਨਹੀਂ, ਉੱਥੇ ਤੇ ਕਹਿਣਾ ਮੇਰੇ ਮਾਲਕ ਜੀ ਮੇਰੇ ਕੋਲ ਕੀ ਹੈ, ਕੁਛ ਵੀ ਨਹੀਂ। ਜੇ ਕਿਧਰੇ ਕੋਈ ਹੋਵੇਗਾ ਤੇ ਤੇਰਾ ਦਿੱਤਾ ਹੀ ਹੈ, ਮੇਰੇ ਕੋਲ ਕੁਛ ਨਹੀਂ। ਮੇਰੇ ਕੋਲ ਇੰਨਾ ਜ਼ਰੂਰ ਹੈ, ਔਗਣ ਭਰਿਆ ਵਾ। ਰੱਬ ਜੇ ਕਹੇ ਨਾ ਤੇ ਫਿਰ ਆ ਕਹਿਣਾ ਬਣਦਾ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਪਰਮ ਪੈ ਭੁੱਲੇ, ਸੁਤ ਦਾ ਰਾਸ਼ੋਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰੱਖੋ ਸਰਣਾਈ। ਇਸ ਤਰ੍ਹਾਂ ਫਿਰ ਰੱਖ ਲੈਂਦੇ। ਫਿਰ ਸਾਹਿਬ ਕਹਿੰਦੇ ਤਰਸ ਪਿਆ ਮਹਿ ਰਹਿਮਤ ਹੋਈ। ਤਰਸ ਪਿਆ ਉਹਨੂੰ, ਮੇਰੇ ਤੇ ਰਹਿਮਤ ਹੋ ਗਈ।
ਤੇ ਰਹਿਮਤ ਏਡੀ ਕਮਾਲ ਦੀ ਕੀਤੀ, ਉਹਨੇ ਉਸ ਰਹਿਮਤ ਕਰਕੇ ਕੋਈ ਧਨ ਨਹੀਂ ਦਿੱਤੇ, 4 ਟਕੇ ਨਹੀਂ ਦਿੱਤੇ, ਉਹ ਗੱਡੀਆਂ ਮੋਟਰੇ ਨਹੀਂ ਕੋਈ ਦਿੱਤੀਆਂ, ਉਹਨੇ ਕੋਈ ਮਹਿਲ ਮਾੜੀਆਂ ਨਹੀਂ ਦਿੱਤੀਆਂ, ਉਹਨੇ ਆਪਣਾ ਆਪਾ ਰੱਬ ਨੇ ਦੇ ਦਿੱਤਾ। ਲੈ ਵੀ ਅੱਜ ਤੋਂ ਬਾਅਦ ਮੈਂ ਤੇਰੇ ਤੋਂ ਕਦੀ ਓਲੇ ਨਹੀਂ ਹੋਵਾਂ, ਅੱਜ ਤੋਂ ਬਾਅਦ ਮੇਰੀ ਤੇਰੀ ਇੱਕ ਗੱਲ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਹਜ਼ੂਰ ਕਹਿੰਦੇ ਸਰਮ ਪਈ ਨਾਰਾਇਣ, ਨਾਨਕ ਦਰ ਪਈ ਆਹੋ। ਤੇਰੇ ਦਰ ਤੇ ਝੁਕੇ ਤੇ ਰਹਿਮਤ ਹੋ ਗਈ। ਭੋਖ ਸੁਹੰਦਾ ਸਰਬ ਸੁਖ, ਸ਼ਬਦ ਦੀ ਅੰਤਰੀ ਪੰਕਤੀ ਵਿੱਚ ਬਚਨ ਕਰਦੇ ਨੇ, ਭੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹ। ਸਾਹਿਬ ਕਹਿ ਲਗੇ ਉਹਦੇ ਲਈ ਪੋਹ ਦਾ ਮਹੀਨਾ ਸਾਰੇ ਸੁੱਖਾਂ ਭਰਿਆ ਹੈ। ਮੈਂ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ, ਦਿਨ ਕਿਸੇ ਦਾ ਫਰਕ ਨਹੀਂ, ਨਾ ਮੰਗਲਵਾਰ ਵਿੱਚ ਕੋਈ ਮਾੜੀ ਗੱਲ ਹੈ, ਨਾ ਵੀਰਵਾਰ ਵਿੱਚ ਕੋਈ ਚੰਗੀ ਗੱਲ ਹੈ, ਨਾ ਐਤਵਾਰ ਕਿਸੇ ਦਾ ਕੁਝ ਵਿਗਾੜਦਾ, ਨਾ ਛਿੱਛਰਵਾਰ ਕਿਸੇ ਨੂੰ ਕੋਈ ਡਰਾਉਂਦਾ ਹੈ। ਚੇਤੇ ਰੱਖਿਓ, ਜਦੋਂ ਬੰਦੇ ਦਾ ਮਨ ਮਾੜਾ ਸਾਰਾ ਕੁਝ ਹੀ ਮਾੜਾ। ਜੇ ਅੰਦਰਲਾ ਜਿਸ ਦਿਨ ਗੁਰੂ ਚਰਨਾਂ ਨਾਲ ਜੁੜ ਜਾਏ, ਸਮਝਿਓ ਵੀ ਉਹ ਘੜੀ ਉਹ ਦਿਨ ਭਲਾ ਹੀ ਭਲਾ। ਤੇ ਜੇ ਭਲਾ ਦਿਨ ਹੋਵੇ ਬੜਾ ਚੰਗਾ ਜਿਹਨੂੰ ਲੋਕ ਮੰਨਦੇ ਨੇ, ਤੇ ਬੰਦਾ ਸਵੇਰੇ ਉੱਠ ਕੇ ਗੁਰੂ ਕੇ ਸਵਾਰੇ ਪਾਪ ਕਰਨੇ ਸ਼ੁਰੂ ਕਰ ਦੇਵੇ, ਤੇ ਉਹ ਦਿਨ ਭਲਾ ਉਹਦੀ ਜ਼ਿੰਦਗੀ ਲਈ ਚੰਗਾ ਹੈ। ਰੱਬ ਭੁੱਲ ਜਾਏ ਐਤਵਾਰ ਵਾਲੇ ਦਿਨ, ਕੀ ਮਹਿਣਾ ਬਣਿਆ। ਜਿਹਨੂੰ ਬੰਦਾ ਵਧੀਆ ਦਿਨ ਸਮਝਦਾ, ਵਧੀਆ ਮਹੀਨਾ ਸਮਝਦਾ, ਵਧੀਆ ਘੜੀ ਸਮਝਦਾ, ਉਸੇ ਪਲ ਜੇ ਰੱਬ ਭੁੱਲ ਜਾਏ, ਫਿਰ ਗੁਰੂ ਕਹਿੰਦੇ ਵੀ ਉਹ ਦਿਨ ਨੂੰ ਕੀ ਕਰਨਾ, ਉਸ ਘੜੀ ਨੂੰ ਕੀ ਕਰਨਾ। ਉਸ ਘੜੀ ਨੇ ਤਾਂ ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਕੀ ਕਰਨਾ ਉਸ ਘੜੀ ਨੇ। ਸੋ ਇਸ ਕਰਕੇ ਕੋਈ ਦਿਨ ਮਾੜਾ ਨਹੀਂ, ਕੋਈ ਘੜੀ ਮਾੜੀ ਨਹੀਂ, ਕੋਈ ਮਹੀਨਾ ਮਾੜਾ ਨਹੀਂ। ਗੁਰੂ ਕਹਿੰਦੇ ਬਸ ਜਿਸ ਪਲ ਉਹਦੀ ਯਾਦ ਵਿੱਚ ਜੁੜ ਜਾਏ, ਉਹਦੇ ਵਰਗਾ ਚੰਗਾ ਕੋਈ ਨਹੀਂ, ਤੇ ਜਿਸ ਪਲ ਉਹਦੀ ਯਾਦ ਤੋਂ ਟੁੱਟ ਜਾਏ, ਉਹਦੇ ਵਰਗਾ ਮਾੜਾ ਕੋਈ। ਇੱਕੋ ਹੀ ਥਰਮਾਮੀਟਰ ਹੈ ਚੰਗੇ ਤੇ ਮਾੜੇ ਨੂੰ ਵੇਖਣ ਲਈ, ਹੋਰ ਕੋਈ ਨਹੀਂ। ਸਾਹਿਬ ਨੇ ਬਚਨ ਕੀਤਾ, ਭੋਖ ਸੁਹੰਦਾ ਸਰਬ ਸੁਖ। ਪੋਹ ਦੇ ਮਹੀਨੇ ਰਹੀ ਸਾਹਿਬ ਕਹਿੰਦੇ ਉਹਨੂੰ ਸਾਰੇ ਸੁੱਖ ਮਿਲਦੇ ਨੇ। ਜਿਸ ਬਖਸ਼ੇ ਵੇ ਪਰਵਾਹ, ਜਿਹਨੂੰ ਮੇਰਾ ਵਾਹਿਗੁਰੂ ਬੇਪਰਵਾਹ, ਜਿਹਨੂੰ ਬਖਸ਼ ਦੇਵੇ, ਜਿਹਨੂੰ ਆਖੇ ਵੀ ਅੱਜ ਤੋਂ ਬਾਅਦ ਤੂੰ ਤੇਰੇ ਜੀਵਨ ਦੀ ਕਲਿਆਣ, ਜਿਹਦੇ ਤੇ ਆਪਣੀ ਰਹਿਮਤ ਦਾ ਹੱਥ ਰੱਖ ਦੇਵੇ, ਜਿਹਦੇ ਤੇ ਆਪਣੀ ਕਿਰਪਾ ਦਾ ਹੱਥ ਰੱਖ ਦੇਵੇ, ਕਹਿੰਦੇ ਉਹਦੇ ਲਈ ਪੋਹ ਦਾ ਮਹੀਨਾ ਭਲਾ ਹੈ। ਇਹ ਤਾਂ ਇਸ ਸ਼ਬਦ ਦੀ ਵਿਚਾਰ ਜੋ ਗੁਰੂ ਨੇ ਬੁੱਧੀ ਬਖਸ਼ਿਸ਼ ਕੀਤੀ, ਆਪ ਜੀ ਨਾਲ ਸਾਂਝੀ ਕੀਤੀ। ਸਾਧ ਸੰਗਤ, ਆ ਮਹੀਨਾ ਬੜੀ ਵੱਡੀ ਦਾਸਤਾਨ ਨਾਲ ਭਰਿਆ ਮਹੀਨਾ। ਆਨੰਦਪੁਰ ਸਾਹਿਬ ਤੋਂ ਲੈ ਕੇ ਸਰਹੰਦ ਦੀਆਂ ਨੀਹਾਂ ਤੱਕ ਇੱਕ ਇੱਕ ਕਦਮ ਤੇ ਗੁਰੂ ਕੇ ਸਵਾਰੋ। ਇਸ ਤਵਾਰੀਖ ਨੂੰ ਜਦੋਂ ਕਿਸੇ ਨੇ ਆਪਣੀ ਕਲਮ ਤੇ ਸਿਆਹੀ ਨਾਲ ਲਿਖਿਆ, ਤੇ ਉਹਨਾਂ ਨੇ ਕਹਿ ਦਿੱਤਾ, ਐ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰੀ ਤਵਾਰੀਖ ਨੂੰ ਇਸ ਸਿਆਹੀ ਨਾਲ ਕਿਵੇਂ ਲਿਖੀਏ, ਜਿਹੜੀ ਇਬਾਰਤ ਤੂੰ ਆਪਣੇ ਬੱਚਿਆਂ, ਆਪਣੀ ਮਾਤਾ ਤੇ ਆਪਣੇ ਪਿਤਾ ਦੇ ਖੂਨ ਨਾਲ ਲਿਖੀ ਹੈ। ਅਨੰਦਪੁਰ ਸਾਹਿਬ ਨੂੰ ਛੱਡਿਆ, 7 ਮਹੀਨੇ ਦਾ ਘੇਰਾ, ਭੁੱਖਣ ਭਾਣੇ ਸਿੱਖ। ਬੇਨਤੀ ਕੀਤੀ, ਮਹਾਰਾਜ ਕਿਲੇ ਨੂੰ ਛੱਡ ਦੇ। ਨਹੀਂ ਭਾਈ, ਕੁਝ ਦਿਨ ਹੋਰ। ਨਹੀਂ ਮਹਾਰਾਜ,
ਭੁੱਖ ਜਰੀ ਨਹੀਂ ਜਾਂਦੀ। ਤੇ ਇਤਿਹਾਸਕ ਪੱਖ ਅਸੀਂ ਸੁਣਦੇ ਹਾਂ ਵੀ ਵਿਦਾਵਾ ਦਿੱਤਾ, ਕੋਈ ਜਥਾ ਚਲਾ ਵੀ ਗਿਆ, ਮੁੜ ਆਇਆ ਉਹ ਜਥਾ ਚੇਤੇ ਰੱਖਿਓ। ਅਸੀਂ ਚਲਾ ਗਿਆ ਕਹਿ ਦਿੰਦੇ ਆ, ਪਰ ਵਾਪਸ ਮੁੜੇ ਦੀ ਗੱਲ ਨਹੀਂ ਕਰਦੇ। ਚਲੇ ਬੜੇ ਜਾਂਦੇ ਨੇ। ਖੈਰ, ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਪਹਾੜੀ ਰਾਜਿਆਂ ਨੇ ਗਊ ਦੀ ਸਹੁੰ ਖਾਧੀ, ਇਸਲਾਮ ਨੇ ਕੁਰਾਨ ਦੀਆਂ ਸਹੁੰਆਂ ਖਾਧੀਆਂ, ਝੂਠੀਆਂ ਸਹੁੰਆਂ ਖਾ ਕੇ। ਤੇ ਸਾਹਿਬ ਜੀ ਨੇ ਉਹਨਾਂ ਦੀਆਂ ਸਹੁੰਆਂ ਤੇ ਇਤਬਾਰ ਕੀਤਾ, ਕਿਲਾ ਤਿਆਗ ਦਿੱਤਾ। ਸਤਿਗੁਰੂ ਆਪਣੇ ਸਿੰਘਾਂ ਨੂੰ ਨਾਲ ਲੈ ਕੇ, ਚਾਰ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ, ਤੇ ਆਪਣੀ ਬਜ਼ੁਰਗ ਮਾਤਾ ਨੂੰ ਨਾਲ ਲੈ ਕੇ, ਜਿਸ ਦੀ ਗੋਦ ਵਿੱਚ ਆਪ ਪਲੇ ਸਨ, ਵੱਡੇ ਹੋਏ ਸਨ, ਉਸ ਬਜ਼ੁਰਗ ਮਾਤਾ ਨੂੰ ਨਾਲ ਲੈ ਕੇ ਤੁਰ ਪਏ। ਗੁਰੂ ਕੇ ਸਵਾਰ ਸਫਰ ਪਿੱਛੋਂ ਮੁਲਖਈਆ ਵੀ ਚੜ ਆਇਆ ਹਜ਼ੂਰ ਤੇ। ਮੈਂ ਸੰਖੇਪ ਵਿੱਚ ਬੇਨਤੀ ਕਰਦੇ ਨੇ। ਤੇ ਜਦੋਂ ਸਰਸਾ ਨਦੀ ਦੇ ਕਿਨਾਰੇ ਤੇ ਆਏ, ਇਸ ਨਦੀ ਨੇ ਦਸ਼ਮੇਸ਼ ਦੇ ਇੱਕ ਪਰਿਵਾਰ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਇੱਕ ਹਿੱਸੇ ਵਿੱਚ ਮਾਤਾ ਗੁਜਰੀ ਜੀ ਨੇ, ਛੋਟੇ ਸਾਹਿਬਜ਼ਾਦੇ ਨੇ ਬਾਬਾ ਜ਼ੋਰਾਵਰ ਸਿੰਘ ਨੇ ਤੇ ਬਾਬਾ ਫਤਿਹ ਸਿੰਘ ਸਾਹਿਬ ਨੇ। ਇੱਕ ਹਿੱਸੇ ਵਿੱਚ ਦਸ਼ਮੇਸ਼ ਆਪ ਨੇ, ਉਹਨਾਂ ਦੇ ਨਾਲ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ, ਬਾਬਾ ਜੁਝਾਰ ਸਿੰਘ ਸਾਹਿਬ ਹਨ, ਕੁਝ ਸਿੰਘ ਹਨ। ਉਹਨਾਂ ਸਿੰਘਾਂ ਨੂੰ ਲੈ ਕੇ ਸਾਹਿਬ ਜੀ ਸਰਸਾ ਨੂੰ ਪਾਰ ਕਰਦਿਆਂ ਹੋਇਆ ਕਈਆਂ ਘਰਾਂ ਨੂੰ ਭਾਗ ਲਾਉਂਦਿਆਂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਚਮਕੌਰ ਦੀ ਗੜੀ ਵਿੱਚ ਪਹੁੰਚ ਜਾਂਦੇ ਨੇ। ਦੂਸਰਾ ਪਰਿਵਾਰ ਸਰਸਾ ਦੇ ਉਰਾਰ ਹੀ ਆਪਣੇ ਬਜ਼ੁਰਗ ਦਾਦੀ ਦੀਆਂ ਦੋਵੇਂ ਬਾਹਾਂ ਦੀ ਉਂਗਲੀਆਂ ਪਕੜ ਕੇ ਬਾਬਾ ਜ਼ੋਰਾਵਰ ਸਿੰਘ ਸਾਹਿਬ ਤੇ ਬਾਬਾ ਫਤਿਹ ਸਿੰਘ ਸਾਹਿਬ ਇੱਕ ਗੰਗੂ ਦੇ ਘਰ ਆ ਗਏ। ਸਹੇੜੀ ਪਿੰਡ ਲੈ ਆਇਆ ਗੰਗੂ। ਮੈਂ ਦੋਵਾਂ ਦੀ ਬੇਨਤੀ, ਉਸ ਪਰਿਵਾਰ ਚਮਕੌਰ ਦੇ ਹਾਲਾਤ ਤੇ ਸਰਹੰਦ ਦੇ ਹਾਲਾਤ ਨੂੰ ਸੰਖੇਪ ਵਿੱਚ ਬੇਨਤੀ ਕਰਦੇ ਹਾਂ। ਇਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਚਮਕੌਰ ਸਾਹਿਬ ਵਿੱਚ ਪਹੁੰਚੇ। ਸ਼ਾਮਾਂ ਪੈ ਰਹੀਆਂ, ਸੂਰਜ ਪ੍ਰਭਾਤ ਤੋਂ ਬਾਅਦ ਦੁਪਹਿਰੇ ਜੋਬਨ ਵਿਖਾਉਂਦਾ ਵਿਖਾਉਂਦਾ ਪੱਛਮ ਦੀ ਬੁੱਕਲ ਵਿੱਚ ਜਾ ਛੁਪਣ ਜਾ ਰਿਹਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਖਾਲਸੇ ਤੇ ਦਸ਼ਮੇਸ਼ ਪਿਤਾ ਆਪ ਇਸ ਚਮਕੌਰ ਦੀ ਗੜੀ ਵਿੱਚ ਪਹੁੰਚ ਗਏ। ਤੇ ਚੇਤੇ ਰੱਖਿਓ, ਇੱਕ ਇੱਕ ਪਲ, ਇੱਕ ਇੱਕ ਹਰਫ, ਇੱਕ ਇੱਕ ਗੁਰੂ ਦਾ ਚੁੱਕਿਆ ਹੋਇਆ ਕਦਮ ਬੜੀ ਵੱਡੀ ਸਿੱਖਿਆ ਤੇ ਪ੍ਰੇਰਨਾ ਦੇ ਰਿਹਾ ਹੈ। ਇਉਂ ਨਾ ਸਮਝਿਓ ਚਮਕੌਰ ਆ ਗਏ, ਸਵੇਰੇ ਜੰਗ ਲੜਿਆ, ਸ਼ਹੀਦੀਆਂ ਸਾਹਿਬਜ਼ਾਦਿਆਂ ਦੀਆਂ ਹੋ ਗਈਆਂ, ਆਪ ਸਤਿਗੁਰੂ ਮਾਛੀਵਾੜੇ ਨੂੰ ਚਲੇ ਗਏ। ਗੱਲ ਇੰਨੀ ਨਹੀਂ, ਗੱਲ ਇਹ ਹੈ ਕਿ ਉਸ ਹਰ ਇੱਕ ਕਦਮ ਵਿੱਚ ਗੁਰੂ ਨੇ ਸਾਡੇ ਤੇ ਕੀ ਪਰਉਪਕਾਰ ਕੀਤੀ। ਸ਼ਾਮਾਂ ਪਈਆਂ, ਸੂਰਜ ਛੁਪ ਚੁੱਕਾ ਹੈ। ਸਾਰੇ ਸਿੰਘ ਉਸ ਗੜੀ ਵਿੱਚ ਗੁਰੂ ਕੇ ਸਵਾਰੋ ਆਪੋ ਆਪਣੇ ਘੋੜੇ ਦੀ ਕਾਠੀ ਹੇਠ ਇੱਕ ਵੱਛਾ ਆਪਣਾ ਕੱਪੜਾ ਵਿਛਿਆ ਹੁੰਦਾ ਹੈ। ਉਸ ਕੱਪੜੇ ਨੂੰ ਕੱਢ ਕੇ ਸਾਰੇ ਸਿੰਘ ਆਪੋ ਆਪਣੇ ਟਿਕਾਣਿਆਂ ਤੇ ਆਰਾਮ ਕਰਨ ਦੀ ਤਿਆਰੀ ਵਿੱਚ ਲੱਗੇ। ਕਈਆਂ ਦਿਨ ਦੀ ਥਕਾਵਟ ਹੈ, ਕਈਆਂ ਦਿਨ ਦੀ ਭੁੱਖ ਹੈ, ਕਈਆਂ ਦਿਨਾਂ ਦੀ ਪਿਆਸ ਹੈ। 2 4 10 ਦਿਨਾਂ ਦੀ ਗੱਲ ਨਹੀਂ, ਕਈ ਮਹੀਨੇ ਲੰਘ ਚੁੱਕੇ ਹਨ। ਗੁਰੂ ਕੇ ਸਵਾਰਿਓ ਕਹਿੰਦੇ ਨੇ ਉਸ ਵੇਲੇ
ਸਿੰਘਾਂ ਨੇ ਪੁੱਛਿਆ, ਮਹਾਰਾਜ ਆਰਾਮ ਦੀ ਤਿਆਰੀ ਕਰਨ ਤੋਂ ਪਹਿਲਾਂ ਮਹਾਰਾਜ ਅਸੀਂ ਕਿੱਥੇ ਆਏ ਹਾਂ? ਅੱਲਾ ਯਾਰ ਖਾ ਜੋਗੀ ਦੇ ਸ਼ਬਦ ਪੜ੍ਹਨ ਯੋਗ ਨੇ। ਉਹ ਕਹਿੰਦਾ ਹਜ਼ੂਰ ਨੇ बचन कहे जिस खित्ते में हम कहते थे आना ये वही है, जिस जांग पे बच्चों को कटाना ये वही है, मट्टी बोल रही है ठिकाना ये वही है। ऐ खालसियो, मैं जिस धरती दा जिक्र कदी कदी आनंदपुर साहिब करया करदा सां, ये ओही धरती है। ਸਿੰਘਾਂ ਨੇ ਸੁਣੀ ਇਸ ਹਜ਼ੂਰ ਦੇ ਬੋਲ ਤੇ ਸਾਹਿਬ ਨੇ ਆਖਿਆ ਰਹਿਰਾਸ ਦਾ ਟਾਈਮ ਹੋਇਆ, ਦੇਖਿਓ ਆਹ ਨਿਤਨੇਮ, ਇਹ ਹੈ ਸਿਮਰਨ ਤੇ ਗੁਰੂ ਚਰਨਾਂ ਵਿੱਚ ਬਾਣੀ ਪੜਨ ਦੀ ਗੱਲ। ਆਖਿਆ ਰਹਿਰਾਸ ਦਾ ਵਕਤ ਹੋ ਰਿਹਾ ਹੈ, ਸਾਰੇ ਰਹਿਰਾਸ ਵਿੱਚ ਜੁੜੋ। ਸਾਰਿਆਂ ਨੇ ਰਹਿਰਾਸ ਕੀਤੇ। आप हजूर उस खालसे विच मौजूद ने। रहरास दा भोग पिया, प्रशादे दा ते कोई इंतजाम नहीं है जिहड़ा छक के आराम करना है। बस नासरो समानी दी हालत विच खालसा उस गड़ी विच सौण दी आपो अपने टिकाणे आराम दी तैयारी कर लगा। कह लगे हजूर भी अपने तंबू विच चले। अल्लाह यार खा जोगी कहता है तंबू विच जदों 1.5 घड़ी रात बतीत हो गई, सारा खालसे जिन्ने सिंह सन आराम करते सन। किसे दे घोड़े दियां काठियां नूं सराहना बनाया सी, किसे दा सिर उस काठियां तो फिसल चुका सी, किसे दे साफा गुरु के सवार एक पासे सी। ਐਨ ਉਸ ਵੇਲੇ ਸਾਹਿਬ ਜੀ 1.5 ਘੜੀ ਤੋਂ ਬਾਅਦ ਤੰਬੂ ਵਿੱਚ ਨਿਕਲਣ ਤੋਂ ਪਹਿਲਾਂ ਦੀ ਗੱਲ ਉਹ ਕਰਦੇ ਨੇ। ਕਹਿੰਦੇ ਨੇ ਸਤਿਗੁਰੂ ਬੈਠੇ ਨੇ ਤੰਬੂ ਵਿੱਚ ਧੌਣ ਝੁਕਾਈ ਹੈ ਤੇ ਕਹਿੰਦੇ ਨੇ ਵਾਹਿਗੁਰੂ ਮੈਂ ਤੇਰੀ ਰਜ਼ਾ ਵਿੱਚ ਸਦਾ ਹੀ ਰਾਜੀ ਹਾਂ, ਜਿਵੇਂ ਤੈਨੂੰ ਭਾਂਦਾ ਮੈਂ ਉਸੇ ਤਰ੍ਹਾਂ ਹੀ ਮੈਨੂੰ ਪ੍ਰਵਾਨ ਹੈ। ਕਹਿੰਦੇ 1.5 ਘੜੀ ਤੋਂ ਬਾਅਦ ਸਤਿਗੁਰੂ ਬਾਹਰ ਆਏ ਤੇ ਬਾਹਰ ਆ ਕੇ ਇੱਕ ਇੱਕ ਸਿੰਘ ਦੇ ਸਿਰਹਾਣੇ ਘੁੰਮਣ ਲੱਗੇ। ਪਿਆਰ ਨਾਲ ਇੱਕ ਇੱਕ ਦਾ ਮੂੰਹ ਚੁੰਮਿਆ। ਆਖਿਆ ਮੇਰੇ ਖਾਲਸਿਓ, ਤੁਸਾਂ ਨੇ ਮੈਨੂੰ अपनी जिंदगी ऐसी समर्पित की, तुहानू अपना घर काट भुल गया, तुहानू भुख ना डुला सकी, तुहानू प्यास मेरे रस्ते तो पासे ना कर सकी, तुहानू दुनिया दियां आईयां मुश्किलां गुरु नानक दे दर तो दूर ना कर सकियां। खालसियो, जुग जुग तुहाडे इस जिंदगी दी आबारत और कहानी जिउंदी रहे। मुख चुमदे ने। कहंदे जोगी कहंदा मैं हैरान होया, एक एक दा मुख चुमदियां चुमदियां हजूर पैरां वाले पासे आए ते एक एक सिंह दे चरण चुमन लग पए। को लभेगा इहो जिहा गुरु, होएगा इहो जिहा गुरु। प्यार कीता। वो कहता जब 1.5 घड़ी बीती जिक्र खुदा में, खैमे से निकल आए सरकार हवा में, कदमों से टहलते थे मगर दिल था दुआ में, करतार से कहते थे हूं खुश तेरी रजा में, जिस हाल में तू रखे वही हाल है अच्छा, जुज शुक्र के सिवा जुबां पर नहीं है शिकवा। बच्चियां दे सराहने पहुंच गए ते दोवां बच्चियां ते सराहने पहुंच गए। जिहड़ी गल हजूर ने कही, आख्या थे 4, ऐ मेरे खुदावंद करीम, जदों मैं आनंदपुर साहिब तो चलिया सा मेरे नाल 4 सन, 2 किधर गए ये तैनू पता है। मेरी जननी
ਉਹਨਾਂ ਨਾਲ ਕਿਸ ਹਾਲਤ ਵਿੱਚ ਹੋਏਗੀ ਇਹ ਤੂੰ ਚੰਗੀ ਤਰ੍ਹਾਂ ਜਾਣਦਾ ਹੈ। ਤੇ ਅਗਲੇ ਬੋਲ ਕਹਥੇ ਚਾਰ ਹੈ ਦੋ, ਅੱਜ ਮੇਰੇ ਸਾਹਮਣੇ ਦੋ ਪਏ ਨੇ ਮੇਰੇ ਮਾਲਕਾ। ਸ਼ਹਿਰ ਯੇਪੀ ਨਾ ਹੋਣਗੇ, ਕੱਲ ਦਾ ਦਿਨ ਚੜੇਗਾ ਇਹ ਵੀ ਸ਼ਾਇਦ ਮੇਰੇ ਕੋਲ ਨਹੀਂ ਹੋਣਗੇ। ਤੇ ਕਹਿੰਦੇ ਨੇ ਮੇਰੇ ਮਾਲਕ ਜੀ ਮੈਂ ਸ਼ੁਕਰ ਕਰਾਂਗਾ ਜੇ ਕੱਲ ਨੂੰ ਚੜ੍ਹਦੀ ਕਲਾ ਨਾਲ ਸ਼ਹੀਦੀ ਪ੍ਰਾਪਤ ਕਰ ਜਾਣ। थे चार हैं दो, शहर ये भी ना होंगे, हम शुक्र करेंगे अगर ये भी ना हो। ऐसा बाप देखना हिंदुस्तान की तवारीख ने देखिया सी। एक बाप पुत्र बनवास नूं तुरदा है ते बाप गुरु के सवार महल्ला तो छाल मार देंदा है, पर इस बाप ने अपने हथी चवां दोवां नूं तोरिया, दो दी कहानी नूं कन्नां नाल सुनिया। गुरु के सवार आ गए, सवेर दा दिन चढ़े, आखिया अज मुकाबला होवेगा। 10 लाख मुलखैया इस चमकौर दी गढ़ी दे 4 शफेरे, पहाड़ी फौजा इस चमकौर दी गढ़ी दे 4 शफेरे। दिन चढ़िया, सिंघां ने हस हस के शहीदियां प्राप्त कीतियां। जथे बना बना के जा शहीद हो जा। गुरु के सवारो इन्ने चिर नूं मुगलां दा एक जरनैल जिसका नाम इतिहास ने ख्वाजा मरदूद अली लिखिया है, वो पौड़ी ला के गड़ी ते चढ़न लई सतगुरां नूं शहीद करन लई पौड़ी ते सवार होए। पहला नारखा गया सी, वो मारिया गया। जदों ये चढ़न लगा, हजूर ने अपना तीर सूतिया कमान विच, जदों इहनूं दिते अपने दर्शन ते ख्वाजा मरदूद इन्ना डर गया। गुरु के सवारियो वार ते की करना सी, समेत पौड़ी इस गड़ी ते उपरों थल्ले पौड़ी दे उपरों डिग पिया, जान बचा के दौड़ गया। उहदा जिक्र हजूर ने जफरनामे विच कीता है, कहंदे क्या ख्वाजा मरदूद के साया दीवार। औरंगजेब बड़े डरबोक ते कायर जरनैल तू भेजे सन, तेरा एक जरनैल ख्वाजा मरदूद पौड़ी ते चढ़ के मेरे ते वार कर लगा। मैं जदों तीर सूत के ओदे वल कीता, कहंदे डर के गड़ी दी ओट लैके दौड़ गया। किन्ना चंगा हुंदा जे सामने हुंदा, मैं एक तीर ओनू भी बख्शी देंदा। गुरु के सवार बाबा अजीत सिंह साहब जी ने इजाजत मंगी। महाराज मैं रण भूमि विच जाना चाहना। बेटा देख ले, गुरु नानक दा घर है, ये पिंड भी बड़ा निराला है, एदी खेड दा ढंग भी बड़ा वखरा है। बेटा इत्थे हारां नूं कोई थां नहीं है, इत्थे मरण तो बाद भी जित दे जकारे छुटदे हैं। मैं समझना बापू पिताजी तुहाडी गल नूं, हाँ मैं जरूर नाम का अजीत हूं, जीता नहीं जाऊंगा, जीता गया तो मगर जीता नहीं आऊंगा। शाबाश बेटा, छाती नाल लाया ते रहमत दा थापड़ा दे के मैदाने जंग विच तोरिया। मैदाने जंग विच बाबा अजीत सिंह साहब ने वो आहू लाहे दुश्मन दे, ते आहू लांदिया लांदिया बाबा जी आप भी शहादत दा जाम पी गए। बाप ने गड़ी दी ममटी ते बैठ के अपने पुत दी शहादत नूं वेख के जकारा छड्ड के आखिया, मालका अज मैं तेरे दर ते सुरखरू होण जा रहा। दूसरे साहबजादा जी आ गए। महाराज
मैनू भी आज्ञा दे। पिता जी ने वही सवाल बड़े वाले अपने छोटे लाडले पुत्र नूं दोहराए ते बाबा जुझार सिंह साहब कहन लगे, महाराज मेरे दादे दा नाम तेग बहादुर है, मेरे पिता दा नाम गुरु गोबिंद सिंह है, मेरी दादी दी कुख बड़ी विशाल ते गोद बड़ी विशाल है, मेरे मालक मैनू आज्ञा दो। ते उस वेले जेड़े गुरु साहब ने बचन कहे, मेरे साहब कह लगे, मरने से किसी यार को हमने नहीं रोका। बेटा मैं कभी किसी नू मरण तो रुकिया? जाओ जाओ सुधारो, तुझे करतार को सौंपा, मर जाओ या मारो, तुझे करतार को सौंपा। गुरु के सवारों छोटे साहिबजादे बाबा जुझार सिंह साहब भी गए, चढ़ती कला नाल शहादत प्राप्त की। सतगुरा ने फिर जकारा छड़ के उस मालिक दा शुक्र किया, आख्या मैं तेरे दर तो जिहड़ी अमानत लई सी उस नूं तेरे दर केसां सवासां दे नाल महफूज कीता है, वापस मोड़िया। इन्हें शेर नूं शामां पै गई, तैयारी करना करदे ने साहब, सवेर नूं मैं मैदाने जंग विच जावांगा, पर अज खालसे ने एक डाढ़ा हुक्म हजूर दे सामने सुना दिता। 5 प्यारे सामने आए ते 5 प्यारियां दे ओही जथेदार जेड़े आनंदपुर दे साहब दी हथेली ते अपना सीस हथेली ते रख के जिन्हां पहला सीस दिता सी, अज उन्हां ने जथेदारी करदिया हजूर नूं इस चमकौर दी गड़ी विच हुक्म सुनाया, महाराज वाली कुल जहां हक हक ईना खालसो बेकीना, जुमला फौजे नूर नूं 5 प्यारे खालसा पंथ अज हुक्म सुनाउंदा है, महाराज कि सवेर दा सूरज चढ़न तो पहला पहला आप जी इस चमकौर दी गड़ी नूं छड्ड जाओ। दया सिंह जी बहुत वड्डी गल कह दी, महाराज आप जी सब कुछ जानते हो, इस वेले आप जी नूं चमकौर दी गड़ी विच कल दा सूरज चढ़ाण दी खालसे पंथ वल्लों इजाजत नहीं है। 7 वचन 5 प्यारिओ, मैं तुहाडे हर एक हुक्म नूं पाला, मैं इस बनाई हुई रब दे हुक्म विच इस महान परंपरा ते महान संस्था दा हमेशा सत्कार करदा हां, करदा रहांगा। जो खालसे दा हुक्म मेरे सिर मथे होए। रात नूं गुरु के सवारों छड़ दिता चमकौर ते खालसे पंथ ने गल कही, कल नूं मुगलिए ना फौज समझ लवे, गुरु गोबिंद सिंह छुप के चले गए ने, साडी किरे सूरबीरता नूं साडे सूरमताई दे उत्ते कोई प्रश्न चिन्ह दी गल ना करे, इस करके आप रात नूं ताड़ी बजा के जाओ। रात नूं साहब जी ताड़ी मार के गए, शब्द जेड़े वरते ए वरते, हिंदे पीर में रबद, हिंद दा पीर जा रहा है, किसे विच जरूरत है वो पकड़ सकदा। चले गए सतगुरु जी चमकौर दी गड़ी विच, इत्थे सिंघां दी शहादत हो गई। इत्थों सतगुरु जी माछीवाड़े दे जंगल नूं भाग लाउंदियां लाउंदियां गरीब नवाज पातशाह महाराज रहमत करदियां करदियां रायकोट दी धरती ते पहुंचदे। हुण दूसरे परिवार दे दूसरे हिस्से दी कहानी सुन लो। गंगू गुरु के सवारों लैके आ गया मात गुजरी नूं, तुहां साहिबजादे जिहड़ी प्रमुख तौर ते कारण होर भी हो सकते, पर एक प्रमुख तौर ते कारण है कि गंगू उन्हां मोहरां ते माया ते
ਲਾਲਚੀ ਰੂਪ ਵਿੱਚ ਆ ਗਿਆ ਤੇ ਮਾਂ ਨੂੰ ਇੱਕ ਗੱਲ ਕਹੀ। ਮਾਂ ਸੋਭੀ ਨੂੰ ਇਹ ਬੋਲ ਆਖੇ, ਮਾਂ ਜੇ ਤੂੰ ਇਹਨਾਂ ਬੱਚਿਆਂ ਨੂੰ ਰਾਤ ਜ਼ਹਿਰ ਮਿਲਾ ਕੇ ਦੇ ਦੇਵੇਂ, ਇਹਨਾਂ ਦੀ ਮਾਇਆ ਦੇ ਮਾਲਕ ਅਸੀਂ ਬਣ ਜਾਵਾਂਗੇ। ਮਾਂ ਨੇ ਆਖਿਆ, ਵੇ ਗੰਗੂ ਬਿਲਕੁਲ ਐਸਾ ਨਹੀਂ ਹੋਵੇਗਾ। ਤੇਰੀ ਕਿਸਮਤ ਨੂੰ ਕੀ ਹੋਇਆ? ਇਹਨਾਂ ਨੂੰ ਛੋਟੇ ਨਾ ਸਮਝ, ਇਹਨਾਂ ਬਾਬਿਆਂ ਦੇ ਹੱਥ ਵਿੱਚ ਬਹੁਤ ਵੱਡੀ ਤਾਸੀਰ ਹੈ। ਜੇ ਕਿਸੇ ਨੂੰ ਆਪਣੇ ਬੋਲ ਆਪਣੀ ਰਸਨਾ ਤੋਂ ਇੱਕ ਵਾਰੀ ਕਹਿ ਦੇਣ, ਉਹਦਾ ਲੋਕ ਤੇ ਪਰਲੋਕ ਸੁਖੀ ਤੇ ਸੁਹੇਲਾ ਹੋ ਜਾਏ। ਖੈਰ ਗੁਰੂ ਕੇ ਸਵਾਰਿਓ, ਕਾਰਨ ਬਣਿਆ ਇਸ ਨੇ ਮਰਿੰਡੇ ਦੇ ਥਾਣੇਦਾਰ ਜ਼ਾਨੀ ਖਾਂ ਤੇ ਮਾਨੀ ਖਾਂ ਨੂੰ ਤਲਾਹ ਦੇ ਕੇ ਬੱਚੇ ਗ੍ਰਿਫਤਾਰ ਕਰਵਾ ਦਿੱਤੇ, ਮਾਤਾ ਜੀ ਗ੍ਰਿਫਤਾਰ ਕਰਵਾ ਦਿੱਤੇ। ਉਸ ਨੇ ਸੂਬੇਦਾਰ ਸਰਹੰਦ ਦੇ ਸਮਕਸ਼ ਆਖਿਆ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚੇ ਪਕੜਾ ਰਿਹਾ, ਉਹਨਾਂ ਦੀ ਪੂਜਨੀਕ ਮਾਤਾ ਤੁਹਾਨੂੰ ਪਕੜਾ ਰਿਹਾ। ਸੂਬੇਦਾਰ ਸਰਹੰਦ ਵਜ਼ੀਰ ਖਾਨ ਜਿਹੜਾ ਕਿਸਮਤ ਦਾ ਖੋਟਾ ਹੈ, ਜਿਸ ਨੂੰ ਗੁਰੂ ਕੇ ਸਵਾਰੇ ਪਤਾ ਨਹੀਂ ਪਾਪ ਕਰ ਕਰਕੇ ਕਿਸ ਖਾਈ ਵਿੱਚ ਉਸਨੇ ਜਾ ਡਿੱਗਣਾ ਸੀ, ਖੁਸ਼ ਹੋਇਆ, ਕਹਿਣ ਲੱਗਾ, ਬਹੁਤ ਮੈਂ ਇਹਨਾਂ ਦੀ ਈਨ, ਮੈਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਪਿਓ ਦੀਆਂ ਗੱਲਾਂ ਸਾਰੀਆਂ ਇਹਨਾਂ ਤੋਂ ਬਦਲਾ ਲੈ ਕੇ ਮਨਾ ਲਵਾਂਗਾ। ਤੇ ਚੇਤੇ ਰੱਖਿਓ, ਮਾਂ ਨੂੰ ਠੰਡੇ ਬੁਰਜ ਵਿੱਚ ਸਮੇਤ ਪੋਤਰਿਆਂ ਦੇ ਰੱਖਿਆ ਗਿਆ। ਅੱਤ ਦੀ ਠੰਡੇ ਬੁਰਜ, ਮਾਂ ਆਪਣੇ ਪੋਤਰਿਆਂ ਨੂੰ ਉਸ ਠੰਡੇ ਬੁਰਜ ਵਿੱਚ ਰੱਖ ਕੇ ਰਾਤ ਉਸ ਮਾਲਕ ਦੇ ਚਰਨਾਂ ਵਿੱਚ ਲੀਨ ਹੈ। ਖੱਬਾ ਹੱਥ ਬਾਬਾ ਫਤਿਹ ਸਿੰਘ ਦੀ ਨਾਲ ਗੁਲਵਕੜੀ ਵਿੱਚ ਲਿਆ ਹੋਇਆ, ਸੱਜੇ ਹੱਥ ਨਾਲ ਬਾਬਾ ਜੋਰਾਵਰ ਸਿੰਘ ਨੂੰ ਗੁਲਵਕੜੀ ਵਿੱਚ ਲਿਆ ਹੋਇਆ। ਇੰਨੇ ਚਿਰ ਨੂੰ ਰਾਤ ਦੇ ਕੁੱਪ ਹਨੇਰੇ ਵਿੱਚ ਗੁਰੂ ਕੇ ਸਵਾਰੋ ਇੱਕ ਸੱਜਣ ਉਸ ਠੰਡੇ ਬੁਰਜ ਦੀ ਉੱਪਰ ਆਪਣੀ ਧੌਣ ਕੱਢਦਾ। ਬੜੀ ਮੁਸ਼ਕਲ ਨਾਲ, ਬੜੀ ਮਿਹਨਤ ਨਾਲ ਉਹ ਸੱਜਣ ਉਸ ਠੰਡੇ ਬੁਰਜ ਵਿੱਚ ਪ੍ਰਵੇਸ਼ ਕਰਦਾ ਹੈ। ਉਸਨੇ ਆਪਣੇ ਹੱਥ ਵਿੱਚ ਇੱਕ ਭਾਂਡਾ ਪਕੜਿਆ, ਉਸ ਭਾਂਡੇ ਵਿੱਚ ਉਸਨੇ ਗਰਮ ਦੁੱਧ ਪਾਇਆ। ਉਸ ਦਾ ਨਾਮ ਆਪ ਜੀ ਜਾਣਦੇ ਹੋ, ਕਿਉਂਕਿ ਇਹ ਉਹ ਲੋਕ ਨੇ ਸੁਖ ਵੇਲੇ ਤੇ ਗੁਰੂ ਕੇ ਸਵਾਰਿਓ ਪਰੌਂਠੇ ਖਵਾਉਣ ਵਾਲੇ ਬਹੁਤ ਹੁੰਦੇ ਨੇ, ਪਰ ਜਿਸ ਵੇਲੇ ਇਹਨਾਂ ਨੇ ਸੇਵਾ ਕੀਤੀ ਉਸ ਵੇਲੇ ਤੇ ਪੱਤਾ ਗੁਰੂ ਪਰਿਵਾਰ ਦਾ, ਖਾਲਸੇ ਪੰਥ ਦਾ ਵੈਰੀ ਸੀ। ਉਸ ਭਾਂਡੇ ਨੂੰ ਬੁਕਲ ਵਿੱਚੋਂ ਬਾਹਰ ਕੱਢ ਕੇ ਉਸ ਸਰੀਰ ਨੇ ਮਾਂ ਦੇ ਸਾਹਮਣੇ ਹੁੰਦਿਆਂ, ਸਾਹਿਬਜ਼ਾਦਿਆਂ ਦੇ ਸਾਹਮਣੇ ਹੁੰਦਿਆਂ ਬੜੇ ਅਦਬ ਨਾਲ ਸਿਰ ਝੁਕਾਇਆ ਤੇ ਸਿਰ ਝੁਕਾ ਕੇ ਕਹਿਣ ਲੱਗਾ, ਮਾਂ ਤੇਰੀ ਸ਼ਕਲ ਲਈ ਕੋਈ ਭੋਜਨ ਦਾ ਪ੍ਰਬੰਧ ਤੇ ਨਹੀਂ ਕਰ ਸਕਿਆ। ਮਾਂ ਇਸ ਠੰਡੇ ਬੁਰਜ ਵਿੱਚ, ਠੰਡੜੀ ਰੁੱਤ ਵਿੱਚ ਤੇਰੇ ਕੋਲ ਕੋਈ ਬਸਤਰ ਵੀ ਨਹੀਂ ਇਹਨਾਂ ਦੇ ਉੱਪਰ ਦੇਣ ਲਈ, ਪਰ ਆ ਤੇਰੇ ਦਰ ਦਾ ਮੋਤੀ ਜ਼ਾਲਮਾਂ ਤੋਂ ਆਪਣੀ ਆਪਾ ਬਚਾਉਂਦਾ ਹੋਇਆ ਤੇਰੇ ਲਈ ਥੋੜਾ ਜਿਹਾ ਦੁੱਧ ਲੈ ਕੇ ਆਇਆ। ਮਾਂ ਇਸ ਨੂੰ ਸਵੀਕਾਰ ਕਰੀ। ਮਾਂ ਨੇ ਦੁੱਧ ਪੀਤਾ, ਸਾਹਿਬਜ਼ਾਦਿਆਂ ਨੇ ਪੀਤਾ। ਮੋਤੀ ਮੁੜਨ ਲੱਗਾ, ਵੇ ਮੋਤੀ ਤੈਨੂੰ ਇਸ ਵਿਪਤਾ ਦੀ ਘੜੀ ਵਿੱਚ ਸਾਡੀ ਮਦਦ ਕਰਨ ਦਾ, ਸਾਨੂੰ ਦੁੱਧ ਪਿਆਉਣ ਦਾ ਕੀ ਨਤੀਜਾ ਨਿਕਲ ਸਕਦਾ, ਤੈਨੂੰ ਇਸ ਗੱਲ ਦਾ ਪਤਾ ਨਹੀਂ। ਮੋਤੀ ਦੀਆਂ ਅੱਖਾਂ ਭਰ ਆਈਆਂ। ਮਾਂ ਨਤੀਜਾ ਵੱਧ ਤੋਂ ਵੱਧ ਤੇ ਮੌਤ ਹੀ ਨਿਕਲ ਸਕਦਾ ਹੈ।
कोई गल नहीं। जे ये कुछ कर दिया मौत आ जाए, मोती ने बहुत कुछ लभ लिया। पर मां मैं तेनू बेनती करदा, तू गुरु तेग बहादुर महाराज जी दी सुपत्नी है, तू कलगीधर दशमेश दी पूजनीक माता है, तू इन्हां पवित्र आत्मावां साहिबजादियां दी दादी है। मां मोती लई अरदास करी, मोती नूं उस ते दर ते थां मिल जाए। अपने पुत्र अगे इस मोती लई सिफारिश कर देवीं, ना जाने इस मोती दे जीवन दी जन्मां जन्मांतरां तो बिगड़ी हुई बन जाए। तेरा पुत्र मेरे ते खुश हो जाए, तू मेरे ते खुश हो जाए। प्यार नाल मोती दे सिर नूं पलोसिया दादी ने। मोती गुरु के सवारे दुध पिया के चला गया। अगले दिन कचहरी विच पेश होने का हुक्म होया। मैं कई चीज़ां, क्योंकि इन्ना टाइम नहीं मैं आप जी नाल डिटेल में साझियां कर सका। पेशी हुई सूबेदार सरहंद, नवाब मलेरकोटला, होर सूबेदार बैठे सन। आख्या बच्चों, तुहानू पता है तुहाडा पिता खत्म कर दिता गया। खिड़खड़ा के हस पे दोवें माता गुजरी जी ते पोते आख लगे कमाल हो गई। गिद्दड़ कैसियां गल्लां करदे ने, शेर दे सामने होण दी जरूरत अज तक किसने कीती है। गुरु के सवारियो, इन्हां बच्चियां नूं किवें मनाया जाए? तुसी सिक्खी छड्ड दिओ, तुहाडे हूरां नाल विआह कीते जाणगे, तुहानू भीशत मिलेगा, तुहानू इस्लाम विच बहुत प्यार मिलेगा, राज भाग दे मालक बना दिते जाओगे। इस्लाम कबूल करो। ते बाबा फतेह सिंह साहब कहन लगे, सानू तेरे दीन दी लोड़ नहीं, असी जिस विच हां उत्थे ही संतुष्ट हां। सानू तेरे दिते लालचां दी भोरा भी कोई परवाह नहीं, ना इस नूं कबूल कर लई तैयार। कचहरी स्थगित कर दी गई। अगले दिन फिर लगी। आख्या बच्चे मनन लई तैयार नहीं, किस मिट्टी दे बने ने, किसने सिक्ख्या दिती है। आखिर वजीर खान ने क्या फतवा ला दिता जाए ना बच्चिया। फतवा ला दिता का सुच्चा नंद उस विच उसने अपना बड़ा रोल निभाया अगे हो। नवाब मलेर जदों फतवा देन लगे, नवाब मलेरकोटला शेर खां उस कचहरी विच बैठा सी। सूबेदार सरहंद ने अपना मुंह भवा के नवाब शेर खान नूं आख्या, नवाब साहब चाहणगे ये बच्चे और इन्हां दी दादी नवाब शेर खान दे सुपुर्द कीते जांदे हन। जे चाहण इन्हां नूं खत्म करके अपने भरा दा नार खान दा खिजर खान दा बदला ले सकदे हन, जो इन्हां दे बाप ने चमकौर दी गढ़ी विच मारे। नवाब शेर खान ने तौबा कीते, आख्या ये बच्चे दुध पीन वाले बच्चे ने, इन्हां छोटे बच्चियां नूं मैं कम नहीं कर सकदा। इन्हां दा बाप सामने होएगा, मैं लड़के लड़ाई करा बदला लवां, कोई गल सामने समझ आउंदी है। इन्हां दा की कसूर है? हुकूमत फतवा जदों दिता, नवाब मलेरकोटला हा दा नारा मार के इस कचहरी विचों बाहर निकल गए। गुरु के सवारियों, आखिर दो जलादां ये बच्चे उन्हां दे पेश सपुर्द कीते गए शाशल ते बाशल बेगम दे सामने। उन्हां ने नीहां विच चढ़िया। गुरु के सवारियों, उस तो बाद
ਉਹਨਾਂ ਨੂੰ ਨੀਂਹ ਡੇਗਣ ਤੋਂ ਬਾਅਦ ਕਰ ਕਰਕੇ ਵਾਰ ਉਹਨਾਂ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹ ਸਾਹਿਬਜ਼ਾਦੇ ਸ਼ਹੀਦ ਹੋ ਗਏ। ਅੱਲਾ ਯਾਰ ਖਾਂ ਜੋਗੀ ਕਹਿੰਦਾ ਉਹਨਾਂ ਨੇ ਜਾਨ ਲੱਗਿਆ ਸ਼ਹੀਦ ਹੋਣ ਲੱਗਿਆ ਇਹ ਬਚਨ ਕਹੇ ਸਨ, ਹਮ ਆਪਣੀ ਜਾਨ ਦੇ के औरों की जानें बचा चले, नानक का बाग खूनी जिगर से खिला चले, गद्दी और तख्त अब कौम पाएगी, जहां से दुश्मनों का नामो निशा मिटाए। आख्या लोकी बगीचे नूं पानी नाल सिंजदे ने, पर असीं गुरु नानक दे बगीचे नूं अपने खून नाल सिंज के चले आ, जेड़ा बूटा कदी कमलाएगा नहीं। ਉਹ ਕਹਿੰਦਾ ਫਿਰ ਠੋਡੀ तक ईंटे चिणदी गई, मुंह तक आ गई, बीनी को ढांपते ही वो आंखों पे छा गई, लखते जिगर गोविंद के वो दोनों छुपा गई। जोगी जी इसके बाद हुई थोड़ी देर थी, बस्ती सरहंद शहर की ईंटों का ढेर थी। साहिबजादे शहीदी प्राप्त कर गए। मां नूं इन्हां शहादतां दा पता चलिया। माता जी ठंडे बुरज विच शहीद हो गए। ते एक मैं होर सेवादार दी गल कर लगा, जिस दी सेवा दा कदी कोई मुल नहीं तार सकेगा। मोती दी सेवा दा कोई मुल नहीं तार सकेगा। एक होर सेवादार है, दो शरीर पए हुए ने, एक बुजुर्ग मां दा शरीर पिया, तिन्ने शरीर इकट्ठे कर दिते गए। ते उस सेवादार ने वेख्या शरीर सट दिते गए। सेवादार ने वेख्या गुरु गोबिंद सिंह महाराज जी दी पूजनीक मां, गुरु गोबिंद सिंह महाराज जी दे अत दे लाडले साहिबजादे। वाह मेरे प्रीतमा, इत्थे ते हर जान वाला भावें जिन्नी मर्जी कोई आर्थिक हालत विचों गुजरदा होवे, जान लग्या ओनू कोई 2 गज दा खफन मिल ही जांदा है। ओदे शरीर नू कोई अंतिम क्रिया करन लई थां मिल ही जांदी है। कमाल हो गई। टोडर मल ने कहा सूबेदार सरहंद नू दरखास्त दित्ती, मैं इस बुजुर्ग मां दा, मैं इन्हां 2 साहिबजादियां दा टोडर मल संस्कार करना चाहुंदा है। सूबेदार सरहंद टोडर मल, तेनू पता इन्हां दे संस्कार करन दी कीमत की है? जापना मैं जानदा नहीं। कीमत तो तुहाडे मूंह चों निकलिया होया मुल ही है। तुसी जो मर्जी रख सकदे हो, पर मैनू दस दिओ इन्हां नू संस्कार करन वास्ते, अदब नाल सत्कार करन लई की कीमत? टोडरमल, जिन्नी जमीन दे ऊपर तू मोहरा भी कोई विछा सकदा है, जिन्नियां ते मोहरा विछा देंगा उन्नी जमीन लैके इन्हां दा संस्कार कर सकदा है। तेरे विच है हिम्मत? टोडर मल ने मन ही मन किया, सतगुरु ऐ मेरे वाहिगुरु तू मैनू बहुत कुछ दिता है। मैं सरहंद दी फेरी ते आया सा, शायद ए सेवा तू मेरे तो लैनी है। आख्या सूबेदार सरहंद मैं मोहरा इस धरती ते रखांगा ते आ ज्योति स्वरूप गुरुद्वारा साहिब जिस थां ते संस्कार होया, इस थां दे ऊपर उस सेवादार ने टोडर मल ने मोहरा विछाइयां ते मोहरा विछा के आख्या सूबेदार सरहंद मैं इन्नी धरती च संस्कार हो सकदा है। आख्या मोहरा सानू चुक के दे दिओ। इस धरती तो इंच ज्यादा भी धरती ते इन्हां बच्चियां दी, इस मां दी शरीर दी राख पासे नहीं होनी चाहिए। गुरु के सवारियो टोडर मल 3 होर नूं नाल लिया,
ਕਾਂਢੀ ਬਣਿਆ ਇਸ ਮਾਂ ਦੇ ਸਰੀਰ ਨੂੰ ਲੈ ਕੇ ਜਾ ਰਿਹਾ ਹੈ। ਉਸ ਥਾਂ ਤੋਂ ਜਿਸ ਥਾਂ ਤੇ ਸੰਸਕਾਰ ਕਰਨਾ ਹੈ, ਮੋਢਾ ਦਿੱਤਾ। ਤੇ ਮੋਢਾ ਕੌਣ ਦਿੰਦੇ ਨੇ? ਸੱਚ ਜਾਣਿਓ, ਮੋਢਾ ਪੁੱਤੀ ਦਿਆ ਕਰਦੇ ਨੇ। ਮੈਂ ਸਮਝਣਾ ਟੋਡਰ ਮਲ ਮਾਤਾ ਗੁਜਰੀ ਦਾ ਪੁੱਤ ਬਣ ਗਿਆ ਤੇ ਪੁੱਤ ਬਣ ਕੇ ਉਸਨੇ ਮੋਢਾ ਦੇ ਕੇ ਮਾਂ ਦੀ ਅਰਥੀ ਲੈ ਕੇ ਗਿਆ। ਮਨ ਹੀ ਮਨ ਵਿੱਚ ਕਹਿੰਦਾ, ਮਾਂ ਮੈਂ ਤੇਰੇ ਦਰਦ ਦੀਆਂ ਰਹਿਮਤਾਂ ਨੂੰ ਬਿਆਨ ਨਹੀਂ ਕਰ ਸਕਦਾ। ਮੈਂ ਨਹੀਂ ਜਾਣਦਾ ਇਸ ਵੇਲੇ ਤੇਰਾ ਪੁੱਤਰ ਕਿੱਥੇ ਹੋਏਗਾ। ਮਾਂ ਦਾ ਸਰੀਰ ਸਜਾਇਆ, ਦੋਵਾਂ ਸਾਹਿਬਜ਼ਾਦਿਆਂ ਦੇ ਸਰੀਰ ਨੂੰ ਲੈ ਕੇ ਗਿਆ, ਉਹਨਾਂ ਦੇ ਸਰੀਰ ਸਜਾਏ ਤੇ ਗੁਰੂ ਕੇ ਸਵਾਰਿਓ ਸਿਖਾ ਤੇ ਸਜਾ ਕੇ ਉਹਨਾਂ ਸਰੀਰਾਂ ਨੂੰ ਟੋਡਰ ਮਲ ਨੇ ਅਗਨ ਵਿਖਾ ਕੇ ਦੋਵੇਂ ਹੱਥ ਜੋੜ ਕੇ ਸਾਈਡ ਤੇ ਹੋ ਕੇ ਖਲੋ ਗਿਆ। ਮਾਂ ਤੇਰਾ ਪੁੱਤ ਇੱਥੇ ਅਗਨ ਵਿਖਾਣ ਲਈ ਨਹੀਂ, ਮੈਂ ਹੀ ਤੇਰਾ ਪੁੱਤ ਸੇਵਾਦਾਰ ਨੂੰ ਪੁੱਤ ਜਾਣਦਾ। ਅਗਨ ਵਿਖਾਈ, ਸੰਸਕਾਰ ਗੁਰੂ ਕੇ ਸਵਾਰਿਓ ਉਹਨਾਂ ਤਿੰਨਾਂ ਸਰੀਰਾਂ ਦਾ ਕੀਤਾ ਤੇ ਤਿੰਨਾਂ ਸਰੀਰਾਂ ਦਾ ਸੰਸਕਾਰ ਕਰਕੇ ਉਹ ਟੋਡਰ ਮਲ ਏਡੀ ਵੱਡੀ ਸੇਵਾ ਕਰ ਗਿਆ। ਉਸ ਸੇਵਾ ਦਾ ਦੇਣਾ ਭਲਾ ਕੌਣ ਦੇ ਸਕਦਾ ਹੈ? ਇਹ ਪਰਿਵਾਰ ਸ਼ਹੀਦ ਹੋ ਗਿਆ। ਸਤਿਗੁਰੂ ਰਾਏਕੋਟ ਨੇ, ਨੂਰਿਆ ਤੂੰ ਸਰਹੰਦ ਜਾ, ਮੈਨੂੰ ਸਰਹੰਦ ਮਾਤਾ ਜੀ ਬਾਰੇ ਤੇ ਬੱਚਿਆਂ ਬਾਰੇ ਖਬਰ ਲਿਆ ਕੇ ਦੇ। ਆ ਦੇਖਿਓ, ਮੌਜ ਦੇ ਮਾਲਕ ਜਿਹੜੇ ਕਦੀ ਕਦੀ ਪਿਆਰ ਵਿੱਚ ਆਏ ਇਹ ਗਾਉਂਦੇ ਸਨ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਮੈਂ ਹੂੰ ਦੇਖਣ ਆਇਓ ਜਗਤ ਤਮਾਸ਼ਾ, ਦੇਖਣ ਆਇਓ ਜਗਤ ਤਮਾਸ਼ਾ। ਨੂਰੇ ਨੂੰ ਭੇਜਿਆ, ਜਲਦੀ ਨਾਲ ਨੂਰਾ ਗਿਆ, ਖਬਰ ਲਿਆ ਕੇ ਜਦੋਂ ਵਾਪਸ ਪਹੁੰਚਿਆ ਆਖਿਆ, ਵੇ ਨੂਰਿਆ ਦੱਸ ਮਾਤਾ ਗੁਜਰੀ ਜੀ ਬਾਰੇ ਦੱਸ, ਜੋ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਬਾਰੇ। ਉਸ ਨੂਰੇ ਦੀ ਜ਼ੁਬਾਨ ਬੋਲਣ ਤੋਂ ਪਹਿਲਾਂ ਪਹਿਲਾਂ ਅੱਖਾਂ ਬੋਲ ਪਈਆਂ। ਓਏ ਨੂਰਿਆ, ਫਟ ਫਟ ਕੇ ਰੋ ਪਿਆ, ਜ਼ੁਬਾਨ ਤੋਂ ਕਿਉਂ ਨਹੀਂ ਬੋਲਦਾ? ਮੇਰੇ ਪ੍ਰੀਤਮਾ, ਮੈਂ ਕੀ ਦੱਸਾਂ, ਜਿਹੜੀ ਦਾਸਤਾਨ ਸਰਹੰਦ ਦੀ ਧਰਤੀ ਤੇ ਵਾਪਰੀ ਏ, ਮੈਂ ਇਹਨਾਂ ਨੂੰ ਮੇਰੀ ਜ਼ੁਬਾਨ ਉਹਨੂੰ ਅੱਖਰਾਂ ਦਾ ਜਾਮਾ ਪਹਿਨਾ ਕੇ ਕਿਵੇਂ ਤੇਰੇ ਸਾਹਮਣੇ ਪੇਸ਼ ਕਰੇ? ਕੀ ਹੋਇਆ? ਧੀਰਜ ਰੱਖੀ, ਧੀਰਜ ਕਰਵੇ ਨੂਰਿਆ। ਨੂਰੇ ਮਾਹੀ ਨੇ ਸਾਰੀ ਅਵਾਰਤ ਦੱਸੀ। ਮਹਾਰਾਜ ਇਉਂ ਕਚਹਿਰੀ ਲੱਗੀ, ਆ ਸਵਾਲ ਤੇ ਆ ਜਵਾਬ ਤੇਰੇ ਲਾਲਾ ਨੇ ਦਿੱਤੇ। ਉਸ ਕਚਹਿਰੀ ਵਿੱਚੋਂ ਨਵਾਬ ਸ਼ੇਰ ਖਾਂ ਵਾਕਆਊਟ ਕਰ ਗਿਆ, ਹਾਂ ਦਾ ਨਾਰਾ ਮਾਰਿਆ। ਹਜ਼ੂਰ ਕਹਿ ਲੱਗੇ, ਸ਼ੇਰ ਖਾਨ ਦੇ ਮਲੇਰ ਕੋਟਲੇ ਦੀ ਰਹਿ ਗਈ। ਸ਼ੇਰ ਖਾਨ ਦਾ ਮਲੇਰ ਕੋਟਲਾ ਸਦਾ ਆਬਾਦ ਰਹੇਗਾ। ਗੁਰੂ ਕੇ ਸਵਾਰੇ ਦੱਸਿਆ, ਮਹਾਰਾਜ ਤੇਰੇ ਮੋਤੀ ਨੇ ਰਾਤ ਦੁੱਧ ਛਕਾਇਆ। ਮੁਸਕਰਾ ਪਏ, ਪਰ ਅੰਦਰੋਂ ਹੀ ਸਭ ਕੁਝ ਮੋਤੀ ਦਾ ਕਰ ਦਿੱਤਾ। ਤੇ ਇੱਕ ਮੈਂ ਹੋਰ ਬੇਨਤੀ ਕਰਦੇ ਹਾਂ, ਦੁੱਧ ਪਿਆਣ ਦੀ ਪਤਾ ਕੀਮਤ ਉਸ ਨੂੰ ਅਦਾ ਕੀ ਕਰਨੀ ਪਈ? ਉਸ ਨੂੰ ਕੋਲੂ ਵਿੱਚ ਉਹਦੇ ਪਰਿਵਾਰ ਨੂੰ ਪੀੜ ਕੇ ਸਦਾ ਲਈ ਖਤਮ ਕਰ ਦਿੱਤਾ। ਖੈਰ ਮੈਂ ਫਿਰ ਉੱਥੇ ਆਵਾਂ। ਨੂਰੇ ਨੂੰ ਕਹਿੰਦੇ, ਖੁਰ ਦੱਸ ਮਹਾਰਾਜ, ਤੇਰੇ ਬੱਚਿਆਂ ਦਾ, ਤੇਰੇ ਮਾਤਾ ਦਾ ਸੰਸਕਾਰ ਟੋਡਰ ਮਲ ਨੇ ਕੀਤਾ। ਵਾਹ ਟੋਡਰ ਮਲ, ਤੇਰੀ ਗੁਰੂ ਨਾਨਕ ਰੱਖੇਗਾ।
ऐसी असीस ते रहमत गुरु के सवारे दिती। सारा कुछ सुनन तो बाद अपने हाथ विच तीर दी पकड़िया सी, ओदी नोक एक घाई दे बूटे नूं लाई ते सुन के आखिया, घाई दा बूटा पुटदिया आखिया, नूरिया अज तो बाद मुगल राज दी जड़ पटी। ए दास्तान है उन्हां महान शहीदां दी, जिस दी इबारत नूं, जिस दी कहानी नूं कोई गुरु के सवारियों बयान नहीं सकता। एडी बड़ी एक कुर्बानी ते आ दिन बड़ी साधारण अवस्था विच सानू बतीत करने चाहिए। अज सन्मान रखिया सी संगतां ने जो पिछले अदूती सम्मेलन ते सेवा की, पर एक ख्याल आया को सिंघां वालों संगतां वालों मन चों भी आया कि आ दिन ते शहादतां दे दिन ने, इस करके मान सम्मान सारा जीवन लेंदे ही रहना है। तो अज गुरु के सवारियों ओ सरपाओ दी बजाए केवल गुरु घर वालों प्रसाद ही जिहड़ा है दिता जाएगा। ते उत्थे अस्थान ते अज इत्थे उन्हां महान शहीदां दी अरदास करनी है, अरदास विच जुड़ना है। गुरु कृपा करे माता गुजरी दे चरनां विच झुक के आखण, मां जेड़ा सिदक जेड़ी दृढ़ता उन्हां लाला नूं अपने पोतियां नूं तू दिते, उस दृढ़ता भरपूर हाथ साडे सिर ते भी रख। गुरु कृपा करे, बख्शिश करे, त्यार बर त्यार होके अमृतधारी जीवन जिਉ के अपने सतगुरां दी रहमतां दे पात्र बणीए। भाई सोहन सिंह जी उचेचे तौर ते जेड़े कि पहला पूरे कलीन शेप सन, हुण त्यार बर त्यार हो के सिੱਖੀ ਦਾ प्रचार करते हैं, वो भी उचेचे तौर ते पहुंचे ने। उन्हां दे नाल एक सत्कारयोग बीबी जी जेड़े कि बच्चियां नूं कीर्तन सिखाउंदे ने, उन्हां ने एक शब्द गायन करना है। तो फिर नाल ही अरदास होगी। मैं उन्होंने बेनती करांगा कि वो स्टेज ते आउण, केवल एक शब्द का गायन होवेगा, फिर आनंद साहब का पाठ और अरदास होगी। आप सब ने अरदास में जुड़ना है और लंगर छकन तो बाद सब ने वो गुरु घर वालों प्रसाद जिहड़ा है सेवा दा वो लैके जाना है। ये बेनती भी आप जी ने प्रवान करनी। तो इस तरह आओ उन्होंने एक शब्द पढ़ना, तैयारी करो, ते 2-5-4 मिनट वास्ते आप जी सारे सिमरन विच जुड़ो। वाहेगुरु 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 वाज लियाओ। वाहेगुरु 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 गुरु कृपा करे
सब नूं नाम बाणी चढ़दी कला सतगुरू दी बख्शिश करन। वाहिगुरू जी का खालसा वाहिगुरू जी की फतेह। गुरु महाराज दी निੱਘੀ गोद विच विराजमान साध संगत जीओ, वाहिगुरू जी का खालसा वाहिगुरू जी की फतेह।